ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਜਿਵੇਂ ਕੇਸਾਂ ਦੀ ਗਿਣਤੀ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ, ਉਹਨੂੰ ਲੈ ਕੇ ਅਮਰੀਕਾ ਕੀ ਕੁਝ ਕਰ ਰਿਹਾ ਤੇ ਪੰਜਾਬ ਦੀ ਸਥਿਤੀ ਕਿੱਦਾਂ ਦੀ ਹੈ, ਭਾਰਤ ਕਿੱਥੇ ਖੜਿਆ? ਆਪਾਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਅੰਕੜੇ ਘਟਣ ਤੇ ਸਿਹਤਯਾਬੀ ਵੱਲ ਨੂੰ ਲੋਕ ਵਧਣ। ਪਰ ਸਥਿਤੀ ਉਸ ਪਾਸੇ ਨਹੀਂ, ਅਜੇ ਵੀ ਇਹ ਜਿਹੜੀ ਗਿਣਤੀ ਹੈ ਵੱਧਦੀ ਜਾ ਰਹੀ ਹੈ। ਵਿਸ਼ਵ ਪੱਧਰ ਦੇ ਉੱਤੇ ਜਿਹੜੇ ਰਾਤ 12 ਵਜੇ ਤੱਕ ਦੇ ਅੰਕੜੇ ਨੇ, ਜਿਹੜੇ ਅਕਸਰ ਆਪਾਂ ਇਸ ਚੈਨਲ ਤੇ ਬੈਠ ਕੇ ਇੱਥੇ ਮਾਧਿਅਮ ਦੇ ਰਾਹੀਂ ਗੱਲ ਕਰਦੇ ਹਾਂ, ਉਹਦੇ ਵਿੱਚ ਕੁੱਲ ਕੇਸ ਹੈ ਜਿਹੜੇ 41,32,373, 2,81,061 ਮੌਤਾਂ ਹੋ ਗਈਆਂ ਨੇ। ਜਿਹੜਾ ਟਰੰਪ ਸਾਹਿਬ ਨੇ ਕਿਹਾ ਸੀ, ਅਮਰੀਕਾ ਦੇ ਰਾਸ਼ਟਰਪਤੀ ਨੇ, ਕਿ 2 ਲੱਖ ਮੌਤਾਂ ਤਾਂ ਸੁਭਾਵਿਕ ਨੇ ਤੇ ਹੋ ਜਾਣੀਆਂ ਨੇ। ਹੁਣ ਇਹ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਲਗਭਗ 3 ਲੱਖ ਨੂੰ ਵਿਸ਼ਵ ਪੱਧਰ ਤੇ ਪੁੱਜ ਗਈ ਹੈ। ਚਿੰਤਾ ਦਾ ਵਿਸ਼ਾ ਹੈਗਾ। 14,55,145 ਵਿਅਕਤੀ ਠੀਕ ਵੀ ਹੋ ਗਏ ਨੇ। ਦੂਜਾ, ਅਮਰੀਕਾ ਅਜੇ ਵੀ ਜੇ ਸੁਪਰ ਪਾਵਰ ਸੀ ਤਾਂ ਇਹਦੇ ਵਿੱਚ ਵੀ ਸੁਪਰ ਪਾਵਰ ਦੇ ਤੌਰ ਤੇ ਹੀ ਵਿਚਰ ਰਿਹਾ। 13,47,411 ਉੱਥੇ ਪ੍ਰਭਾਵਿਤ ਕੇਸ ਨੇ। ਉਹਨਾਂ ਵਿੱਚੋਂ 80,444 ਮੌਤਾਂ, 2,38,081 ਇਹ ਬੰਦੇ ਠੀਕ ਵੀ ਹੋ ਗਏ ਨੇ। ਸਪੇਨ 2,64,000, 26,000 ਤੋਂ ਵੱਧ ਮੌਤਾਂ, 1,76,000 ਤੋਂ ਵੱਧ ਬੰਦੇ ਠੀਕ ਹੋ ਗਏ। ਭਾਰਤ ਦੇ ਵਿੱਚ ਇਹ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, 66,000 ਤੇ ਪਹੁੰਚ ਗਈ ਹੈ। 2134 ਮੌਤਾਂ, 19,342, 20,000 ਦੇ ਲਗਭਗ ਬੰਦੇ ਠੀਕ ਹੋ ਗਏ। ਭਾਵ ਤਕਰੀਬਨ ਤੀਜੇ ਹਿੱਸੇ ਤੋਂ ਥੋੜਾ ਜਿਹਾ ਘੱਟ ਜਿਹੜਾ ਹੈਗਾ ਉਹ ਪ੍ਰਭਾਵਿਤ ਵਿਅਕਤੀ ਠੀਕ ਹੁੰਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਇਹ ਗਿਣਤੀ 1931 ਮੌਤਾਂ, 166 ਠੀਕ ਹੋਏ। ਭਾਰਤ ਦੇ ਜੇ ਹੋਰਨਾਂ ਰਾਜਾਂ ਤੇ ਦੇਖਿਆ ਜਾਵੇ, ਮਹਾਰਾਸ਼ਟਰ ਦੇ ਵਿੱਚ 22,171, 779 ਮੌਤਾਂ, 61,780। ਗੁਜਰਾਤ ਦੇ ਵਿੱਚ 8195, 472 ਮੌਤਾਂ। ਦਿੱਲੀ ਦੇ ਵਿੱਚ 6923, 73 ਮੌਤਾਂ। ਰਾਜਸਥਾਨ ਦੇ ਵਿੱਚ 3814, 106 ਮੌਤਾਂ। ਤਾਮਿਲਨਾਡੂ 7204, 44 ਮੌਤਾਂ। ਮੱਧ ਪ੍ਰਦੇਸ਼ 3586, 215 ਮੌਤਾਂ। ਉੱਤਰ ਪ੍ਰਦੇਸ਼ 3467, 74 ਮੌਤਾਂ। ਆਂਧਰਾ ਪ੍ਰਦੇਸ਼ 1980, 44 ਮੌਤਾਂ। ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਕਿਰਪਾ। ਢਿੱਲੋਂ ਸਾਹਿਬ, ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਜਿਵੇਂ ਕੇਸਾਂ ਦੀ ਗਿਣਤੀ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ, ਉਹਨੂੰ ਲੈ ਕੇ ਅਮਰੀਕਾ ਕੀ ਕੁਝ ਕਰ ਰਿਹਾ ਤੇ ਪੰਜਾਬ ਦੀ ਸਥਿਤੀ ਕਿੱਦਾਂ ਦੀ ਹੈ, ਭਾਰਤ ਕਿੱਥੇ ਖੜਿਆ? ਦੇਖੋ, ਆਪਾਂ ਰੋਜ਼ਾਨਾ ਹੀ ਇੱਕ ਵਾਰ ਅੰਕੜੇ ਜਿਹੜੇ ਆ ਉਹ ਜਾਰੀ ਕਰਦੇ ਆ। ਇਸ ਵਾਰ ਵੀ ਜਿਹੜੇ ਅੰਕੜੇ ਆ ਵਿਸ਼ਵ ਪੱਧਰ ਦੇ, ਸੁਖਵਿੰਦਰ, ਉਹਨਾਂ ਦੇ ਵਿੱਚ ਕਾਫੀ ਕੁਝ ਫਰਕ ਹੈਗਾ। ਆਪਾਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਅੰਕੜੇ ਘਟਣ ਤੇ ਸਿਹਤਯਾਬੀ ਵੱਲ ਨੂੰ ਲੋਕ ਵਧਣ। ਪਰ ਸਥਿਤੀ ਉਸ ਪਾਸੇ ਨਹੀਂ, ਅਜੇ ਵੀ ਇਹ ਜਿਹੜੀ ਗਿਣਤੀ ਹੈ ਵੱਧਦੀ ਜਾ ਰਹੀ ਹੈ। ਵਿਸ਼ਵ ਪੱਧਰ ਦੇ ਉੱਤੇ ਜਿਹੜੇ ਰਾਤ 12 ਵਜੇ ਤੱਕ ਦੇ ਅੰਕੜੇ ਨੇ, ਜਿਹੜੇ ਅਕਸਰ ਆਪਾਂ ਇਸ ਚੈਨਲ ਤੇ ਬੈਠ ਕੇ ਇੱਥੇ ਮਾਧਿਅਮ ਦੇ ਰਾਹੀਂ ਗੱਲ ਕਰਦੇ ਹਾਂ, ਉਹਦੇ ਵਿੱਚ ਕੁੱਲ ਕੇਸ ਹੈ ਜਿਹੜੇ 41,32,373, 2,81,061 ਮੌਤਾਂ ਹੋ ਗਈਆਂ ਨੇ। ਜਿਹੜਾ ਟਰੰਪ ਸਾਹਿਬ ਨੇ ਕਿਹਾ ਸੀ, ਅਮਰੀਕਾ ਦੇ ਰਾਸ਼ਟਰਪਤੀ ਨੇ, ਕਿ 2 ਲੱਖ ਮੌਤਾਂ ਤਾਂ ਸੁਭਾਵਿਕ ਨੇ ਤੇ ਹੋ ਜਾਣੀਆਂ ਨੇ। ਹੁਣ ਇਹ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਲਗਭਗ 3 ਲੱਖ ਨੂੰ ਵਿਸ਼ਵ ਪੱਧਰ ਤੇ ਪੁੱਜ ਗਈ ਹੈ। ਚਿੰਤਾ ਦਾ ਵਿਸ਼ਾ ਹੈਗਾ। 14,55,145 ਵਿਅਕਤੀ ਠੀਕ ਵੀ ਹੋ ਗਏ ਨੇ। ਦੂਜਾ, ਅਮਰੀਕਾ ਅਜੇ ਵੀ ਜੇ ਸੁਪਰ ਪਾਵਰ ਸੀ ਤਾਂ ਇਹਦੇ ਵਿੱਚ ਵੀ ਸੁਪਰ ਪਾਵਰ ਦੇ ਤੌਰ ਤੇ ਹੀ ਵਿਚਰ ਰਿਹਾ। 13,47,411 ਉੱਥੇ ਪ੍ਰਭਾਵਿਤ ਕੇਸ ਨੇ। ਉਹਨਾਂ ਵਿੱਚੋਂ 80,444 ਮੌਤਾਂ, 2,38,081 ਇਹ ਬੰਦੇ ਠੀਕ ਵੀ ਹੋ ਗਏ ਨੇ। ਸਪੇਨ 2,64,000, 26,000 ਤੋਂ ਵੱਧ ਮੌਤਾਂ। 1,76,000 ਤੋਂ ਵੱਧ ਬੰਦੇ ਠੀਕ ਹੋ ਗਏ। ਭਾਰਤ ਦੇ ਵਿੱਚ ਇਹ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, 66,000 ਤੇ ਪਹੁੰਚ ਗਈ ਹੈ।
2134 ਮੌਤਾਂ, 19,342, 20,000 ਦੇ ਲਗਭਗ ਬੰਦੇ ਠੀਕ ਹੋ ਗਏ। ਭਾਵ ਤਕਰੀਬਨ ਤੀਜੇ ਹਿੱਸੇ ਤੋਂ ਥੋੜਾ ਜਿਹਾ ਘੱਟ ਜਿਹੜਾ ਹੈਗਾ ਉਹ ਪ੍ਰਭਾਵਿਤ ਵਿਅਕਤੀ ਠੀਕ ਹੁੰਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਇਹ ਗਿਣਤੀ 1931 ਮੌਤਾਂ, 166 ਠੀਕ ਹੋਏ। ਭਾਰਤ ਦੇ ਜੇ ਹੋਰਨਾਂ ਰਾਜਾਂ ਤੇ ਦੇਖਿਆ ਜਾਵੇ, ਮਹਾਰਾਸ਼ਟਰ ਦੇ ਵਿੱਚ 22,171, 779 ਮੌਤਾਂ, ਇੱਕ ਘੱਟ 780। ਗੁਜਰਾਤ ਦੇ ਵਿੱਚ 8195, 472 ਮੌਤਾਂ। ਦਿੱਲੀ ਦੇ ਵਿੱਚ 6923, 73 ਮੌਤਾਂ। ਰਾਜਸਥਾਨ ਦੇ ਵਿੱਚ 3814, 106 ਮੌਤਾਂ। ਤਾਮਿਲਨਾਡੂ 7204, 44 ਮੌਤਾਂ। ਮੱਧ ਪ੍ਰਦੇਸ਼ 3586, 215 ਮੌਤਾਂ। ਉੱਤਰ ਪ੍ਰਦੇਸ਼ 3467, 74 ਮੌਤਾਂ। ਆਂਧਰਾ ਪ੍ਰਦੇਸ਼ 1980, 44 ਮੌਤਾਂ। ਹਿਮਾਚਲ ਦੇ ਵਿੱਚ ਵੀ ਮੌਤਾਂ ਦੀ ਗਿਣਤੀ 3 ਹੈ ਤੇ ਪ੍ਰਭਾਵਿਤ ਲੋਕ 56 ਨੇ। ਜੇ ਇਟਲੀ ਦਾ ਦੇਖਿਆ ਜਾਵੇ, ਇਟਲੀ ਦੇ ਵਿੱਚ ਸਭ ਤੋਂ ਪਹਿਲਾਂ ਤੇਜ਼ੀ ਨਾਲ ਵਧਿਆ ਸੀ, ਲੇਕਿਨ ਇਟਲੀ ਦੇ ਅੰਕੜੇ ਜਿਹੜੇ ਆ ਉਹ ਉੱਥੇ ਨੇੜੇ ਤੇੜੇ ਜੀ ਖੜ ਗਏ ਨੇ। 2,18,268, 30,000 ਮੌਤਾਂ ਇਟਲੀ 'ਚ ਵੀ ਹੋਈਆਂ ਨੇ। ਦੂਸਰਾ ਜਰਮਨੀ ਦੇ ਵਿੱਚ 17,324, 1,71,324, 7,549 ਜਿਹੜੀਆਂ ਨੇ ਉੱਥੇ ਮੌਤਾਂ ਹੋਈਆਂ ਨੇ। ਬਰਤਾਨੀਆ ਦੀ ਗਿਣਤੀ ਜਿਹੜੀ ਹੈਗੀ ਆ 2,18,268, 31,587 ਮੌਤਾਂ। ਤੇ ਫਰਾਂਸ 1,76,658, 26,310 ਮੌਤਾਂ। ਇਹ ਵਿਸ਼ਵ ਪੱਧਰ ਦੇ ਅੰਕੜੇ ਨੇ। ਆਪਾਂ ਸੁੱਖ ਮੰਗਦੇ ਹਾਂ ਕਿ ਪ੍ਰਮਾਤਮਾ ਕੋਈ ਐਸੀ ਕਿਰਪਾ ਕਰਨ ਕਿ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ। ਵਿਸ਼ਵ ਦੇ ਵਿਗਿਆਨੀ ਵੱਡੀ ਪੱਧਰ ਤੇ ਲੱਗੇ ਹੋਏ ਨੇ, ਪਰ ਅਜੇ ਤੱਕ ਇਸ ਦਾ ਠੋਸ ਹੱਲ ਨਹੀਂ ਨਿਕਲਿਆ। ਲੇਕਿਨ ਕਿਹਾ ਇਹ ਜਾ ਰਿਹਾ ਹੈ ਕਿ ਇਹਦੇ ਨੇੜੇ ਤੇੜੇ ਪਹੁੰਚਣ ਦੀ ਸੰਭਾਵਨਾ ਬਣ ਚੁੱਕੀ ਹੈ। ਨੇੜੇ ਤੇੜੇ ਪਹੁੰਚ ਗਏ ਨੇ। ਕੁਝ ਦਵਾਈਆਂ ਦੇ ਜਿਹੜੇ ਪਰਖ ਹੋ ਰਹੇ ਨੇ, ਉਹ ਦਵਾਈਆਂ ਠੀਕ ਪਾਸੇ ਨੂੰ ਜਾ ਰਹੀਆਂ ਨੇ, ਲੇਕਿਨ ਅਜੇ ਪੱਕਾ ਦਾਅਵਾ ਕੋਈ ਨਹੀਂ ਕਰਦਾ ਹੈਗਾ ਕਿ ਇਹ ਕਿੰਨਾ ਕੁ ਚਿਰ ਅੱਗੇ ਜਾਵੇਗਾ ਜੀ। ਹੁਣ ਤੁਸੀਂ ਦੇਖੋ ਸਥਿਤੀ ਦੇ ਵਿੱਚ ਕੀ ਹੈਗੀ ਹੈ ਕਿ ਇਸ ਵੇਲੇ ਕਿਵੇਂ ਸਥਿਤੀਆਂ ਵਾਪਰ ਰਹੀਆਂ ਨੇ। ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ 4 ਡਾਕਟਰ, 14 ਹੈਲਥ ਵਰਕਰ ਵੀ ਇਸ ਦਾ ਸ਼ਿਕਾਰ ਹੋ ਗਏ। ਭਾਵ ਉਹ ਲੜਦੇ ਲੜਦੇ ਇਹਨਾਂ ਨਾਲ ਮਤਲਬ ਆਪ ਕਰੋਨਾ ਤੋਂ ਪ੍ਰਭਾਵਿਤ ਹੋ ਗਏ। ਇਸ ਵੇਲੇ ਜਿਹੜਾ ਨਿੱਜੀ ਹਸਪਤਾਲਾਂ ਨੇ, ਆਪਾਂ ਰੋਜ਼ ਗੱਲ ਕਰਦੇ ਹਾਂ, ਬਿਲਕੁਲ ਉਹਨਾਂ ਨੇ ਬੂਹੇ ਬੰਦ ਕੀਤੇ ਹੋਏ ਨੇ। ਇਹ ਸਰਕਾਰੀ ਹਸਪਤਾਲ ਲੜ ਰਹੇ ਨੇ। ਹੁਣ ਇਹ ਵੀ ਦੋਸ਼ ਲੱਗਣ ਲੱਗ ਗਏ ਨੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਸਿਰਫ ਨਾਂ ਦੇ ਉੱਥੇ ਮੌਜੂਦ ਨੇ, ਘਰਾਂ ਦੇ ਵਿੱਚ ਬੈਠ ਕੇ ਹਾਜ਼ਰੀ ਲਾਉਂਦੇ ਨੇ। ਇਹ ਸਿਹਤ ਵਿਭਾਗ ਨੂੰ ਇਹਦੀ ਜਾਂਚ ਕਰਨੀ ਚਾਹੀਦੀ ਹੈ। ਜੇ ਇਹ ਸਹੀ ਹੈ, ਭਾਵ ਜੂਨੀਅਰ ਜਿਹੜੇ ਰੈਜ਼ੀਡੈਂਟ ਨੇ ਉਹਨਾਂ ਦੇ ਸਿਰ ਤੇ ਉੱਤੇ ਛੱਡਿਆ ਹੋਇਆ, ਸੀਨੀਅਰ ਦਾ ਮਤਲਬ ਇਹ ਹੈ ਕਿ ਸਿਰਫ ਮਲਾਈਆਂ ਖਾਣ ਵਾਸਤੇ ਬੈਠੇ ਨੇ। ਇਸ ਦੀ ਜੇ ਇਹ ਗੱਲ ਸਹੀ ਨਿਕਲੀ ਹੈ, ਜਿੱਥੋਂ ਤੱਕ ਸਾਡੇ ਕੋਲੇ ਪਹੁੰਚੀ ਹੈ, ਇਹ ਇੱਕ ਜਾਂਚ ਦਾ ਵਿਸ਼ਾ ਹੈ। ਜਾਂਚ ਹੋਣੀ ਚਾਹੀਦੀ ਹੈ। ਜੇ ਉਹ ਅਜਿਹਾ ਕਰ ਰਹੇ ਨੇ ਤਾਂ ਬਹੁਤ ਮਾੜੀ ਗੱਲ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਮਤਲਬ ਇਸ ਵੇਲੇ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਠੋਸ ਕਦਮ ਚੱਕਣ ਵੱਲ ਜਾਣਾ ਚਾਹੀਦਾ। ਆਪਣੇ ਆਪਣੇ ਇਤਿਹਾਤ ਵਰਤਣੇ ਚਾਹੀਦੇ ਨੇ। ਹੁਣ ਜਿਵੇਂ ਵੱਡੀ ਪੱਧਰ ਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਨੂੰ, ਇੱਕ ਅੰਕੜੇ ਮੁਤਾਬਕ ਇਕੱਲੇ ਰੇਲਵੇ ਨੇ 4 ਲੱਖ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹ ਦੇਸ਼ ਦੇ ਵੱਖ-ਵੱਖ ਖੇਤਰਾਂ 'ਚੋਂ ਢੋਤਾ। ਇੱਥੇ ਅਸੀਂ ਬਿਠਾ ਦਿੰਦੇ ਹਾਂ ਉਹਨਾਂ ਨੂੰ ਸਰੀਰਕ ਦੂਰੀ ਦੇ ਉੱਤੇ। ਜਦੋਂ ਇੱਕ ਵਾਰੀ ਰੇਲ ਚੱਲ ਪਈ, ਉਹਨੇ ਤਕਰੀਬਨ ਉਸੇ ਡੈਸਟੀਨੇਸ਼ਨ ਤੇ ਜਾ ਕੇ ਖੜਨਾ ਜਿੱਥੇ ਵਾਸਤੇ ਉਹ ਚੱਲੀ ਹੈ। ਰਸਤੇ ਦੇ ਵਿੱਚ ਜੇ ਕੋਈ ਰੁਕਾਵਟ ਨਾ ਪਵੇ ਤਾਂ ਉਹਨਾਂ ਨੇ ਖੜਨਾ ਨਹੀਂ ਹੈਗਾ। ਉਸ ਤੋਂ ਬਾਅਦ ਤਾਂ ਜ਼ਿੰਮੇਵਾਰੀ ਉਹਨਾਂ ਦੀ ਆ ਨਾ ਕਿ ਉਹ ਸਰੀਰਕ ਡਿਸਟੈਂਸ ਤੇ ਬਹਿੰਦੇ ਆ ਜਾਂ ਨਹੀਂ ਬਹਿੰਦੇ। ਮੈਂ ਰੋਜ਼ਾਨਾ ਗੱਲ ਕਰਦਾ, ਹੁਣ ਕਈ ਪੱਖ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਪ੍ਰਵਾਸੀ ਮਜ਼ਦੂਰਾਂ ਨੂੰ ਵੀ ਉਹਨਾਂ ਦੇ ਜਿਹੜੇ ਲੀਡਰ ਟਾਈਪ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਸਮਝਾਉਣਾ ਚਾਹੀਦਾ ਹੈ। ਖਾਸ ਕਰ ਜੇ ਮੈਂ ਪੰਜਾਬ ਦੀ ਗੱਲ ਕਰਾਂ, ਲੰਬੇ ਸਮੇਂ ਤੋਂ ਉਹਨਾਂ ਦੇ ਪਰਿਵਾਰ ਭਾਵੇਂ ਉਹ ਬਿਹਾਰ 'ਚ, ਯੂਪੀ 'ਚ, ਮੱਧ ਪ੍ਰਦੇਸ਼ 'ਚ, ਗੁਜਰਾਤ 'ਚ, ਉੜੀਸਾ 'ਚ ਜਾਂ ਕਿਤੇ ਹੋਰ ਰਹਿੰਦੇ ਸੀ, ਭਾਵੇਂ ਉਹ ਕਿਰਤ ਕਰਨ ਵਾਸਤੇ ਇੱਥੇ ਆਏ ਨੇ, ਪੰਜਾਬ ਦਾ ਸਰਮਾਇਆ ਹੀ ਉਹਨਾਂ ਕੋਲੇ ਜਾਂਦਾ ਸੀ। ਜੇ ਇਸ ਵੇਲੇ ਮੁਸ਼ਕਲ ਦੀ ਘੜੀ ਹੈ, ਹੱਥ ਬੰਨ੍ਹ ਕੇ ਕਿਹਾ ਜਾ ਰਿਹਾ ਕਿ ਤੁਸੀਂ ਨਾ ਜਾਓ, ਠੀਕ ਹੈ। ਕਈ ਖੇਤਰਾਂ ਦੇ ਵਿੱਚ ਜਿੱਥੇ ਉਹਨਾਂ ਦੇ ਨਾਲ ਗੱਲਾਂਬਾਤ ਕੀਤੀਆਂ ਨੇ, ਇਹ ਵੀ ਕਿਹਾ ਗਿਆ ਕਿ ਤਾਂ ਉਹਨਾਂ ਦੇ ਜਿਹੜੇ ਕਾਰਖਾਨੇ ਚੱਲਣ ਜਾ ਰਹੇ ਨੇ, ਤਕਰੀਬਨ 35% ਜਿਹੜੇ ਮਜ਼ਦੂਰ ਨੇ ਉਹ ਰੁਕ ਵੀ ਗਏ ਨੇ। ਇਹ ਚੰਗੀ ਗੱਲ ਹੈ, ਰੁਕਣਾ ਚਾਹੀਦਾ ਹੈ। ਜੇ ਔਖੇ ਤੁਸੀਂ ਖੁਸ਼ੀਆਂ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਵੇਂ ਤੁਸੀਂ ਕਿਰਤ ਕੀਤੀ, ਪਰ ਉਹ ਆਰਥਿਕਤਾ ਤਾਂ ਪੰਜਾਬ ਦੀ ਆ, ਮਾਲੀਆ ਤਾਂ ਪੰਜਾਬ ਦਾ, ਜਿਨ੍ਹਾਂ ਨੇ ਤੁਹਾਡੇ ਢਿੱਡ ਪਾਲੇ, ਤੁਹਾਡਾ ਪਰਿਵਾਰ ਪਾਲੇ। ਇਸ ਵੇਲੇ ਤੁਹਾਨੂੰ ਵੀ ਇਸ ਔਖੇ ਸਮੇਂ ਦੇ ਵਿੱਚ ਤੁਸੀਂ
ਆਪਦੇ ਲੀਡਰਾਂ ਨਾਲ ਹੀ ਪ੍ਰਸ਼ਾਸਨ ਨਾਲ ਗੱਲ ਕਰੋ। ਜੇ ਤੁਹਾਡੀਆਂ ਤਕਲੀਫਾਂ ਨੇ ਇੱਥੇ ਹੀ ਹੱਲ ਹੋ ਜਾਣ ਤਾਂ ਜਾਣਾ ਨਾ ਪਵੇ। ਇਹੀ ਜਿਹੜੇ ਪੈਸੇ ਇੱਕ ਦੂਜੇ ਥਾਂ ਤੇ ਲਿਜਾਣ ਤੇ ਖਰਚ ਕੀਤੇ ਜਾ ਰਹੇ ਨੇ, ਇਹ ਕਿਸੇ ਹੋਰ ਮਾਮਲੇ 'ਚ ਖਰਚ ਹੋ ਜਾਣ। ਬਿਲਕੁਲ ਬਿਲਕੁਲ। ਇੱਕ ਢਿੱਲੋਂ ਸਾਹਿਬ, ਜਿਹੜਾ ਰੇਲ ਗੱਡੀਆਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਹੁਣ ਜਿਹੜੀਆਂ ਯਾਤਰੀ ਰੇਲ ਗੱਡੀਆਂ ਨੇ ਉਹ ਫਿਰ ਤੋਂ ਜਿਹੜੀਆਂ ਸ਼ੁਰੂ ਹੋਣ ਜਾ ਰਹੀਆਂ ਨੇ, ਕਿਉਂਕਿ ਲੋਕਡਾਊਨ ਦੇ ਦੌਰਾਨ ਜਿਹੜੇ 3 ਪੜਾਅ ਹੋਏ ਨੇ, 17 ਮਈ ਨੂੰ ਤੀਜਾ ਪੜਾਅ ਜਿਹੜਾ ਖਤਮ ਹੋਣਾ, ਅੱਜ 11 ਤਰੀਕ ਹੋ ਗਈ ਹੈ, ਤੇ ਕੀ ਲੱਗਦਾ ਹੈ ਕਿ ਅਗਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਕੋਈ ਸਾਵਧਾਨੀਆਂ ਵਰਤੀਆਂ ਜਾਣਗੀਆਂ ਕਿ ਬੱਸਾਂ ਤੇ ਰੇਲਾਂ ਦੇ ਵਾਂਗੂ ਜਿਵੇਂ ਅੱਗੇ ਭਰਦੇ ਆਏ ਨੇ, ਕਿਤੇ ਇਦਾਂ ਹੀ ਫਿਰ ਕੋਈ ਧਮੱਚੜ ਨਾ ਪੈ ਜਾਏ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ? ਇਸ ਤਰ੍ਹਾਂ ਨਹੀਂ ਹੈ ਜੀ। ਪਹਿਲਾਂ ਤਾਂ ਆਪਾਂ ਅੰਕੜਿਆਂ ਦੀ ਗੱਲ ਕਰ ਲਈਏ। 25 ਮਾਰਚ ਨੂੰ ਜਦੋਂ ਹਿੰਦੁਸਤਾਨ ਦੇ ਵਿੱਚ ਕਰਫਿਊ ਲਾਇਆ ਹੈ ਤਾਂ ਗਿਣਤੀ 536 ਸੀ। ਦੂਜਾ ਇਹ 14 ਅਪ੍ਰੈਲ ਤੱਕ ਸੀ। 14 ਅਪ੍ਰੈਲ ਨੂੰ ਰਿਵਿਊ ਜਦੋਂ ਕੀਤਾ, 19,815 ਮਾਮਲੇ ਪੋਜ਼ਿਟਿਵ ਆ ਗਏ ਲਾਕਡਾਊਨ ਕਰਫਿਊ ਦੇ ਦਰਮਿਆਨ ਹੀ। ਇਹਦਾ ਮਤਲਬ ਕਿਤੇ ਨਾ ਕਿਤੇ ਅਣਗਹਿਲੀਆਂ ਅਸੀਂ ਲਗਾਤਾਰ ਕਰਦੇ ਜਾ ਰਹੇ ਹਾਂ। ਉਹ ਇਤਿਹਾਤ ਨਹੀਂ ਵਰਤੇ ਗਏ ਜਿਹੜੇ ਵਰਤੇ ਜਾਣੇ ਚਾਹੀਦੇ ਸੀ। ਮੈਂ ਵਾਰ-ਵਾਰ ਗੱਲ ਕਹਿੰਦਾ, ਪਰ ਮਤਲਬ ਕਿ ਹਿੰਦੁਸਤਾਨ ਨੇ ਭਾਵੇਂ ਲਾਕਡਾਊਨ ਕਰ ਲਿਆ, ਰਾਜਾਂ ਨੇ ਲਾਕਡਾਊਨ ਕਰ ਲਏ, ਪਰ ਇਹਦੇ ਲਈ ਅਗਾਊਂ ਤਿਆਰੀ ਬਿਲਕੁਲ ਨਹੀਂ ਕੀਤੀ ਗਈ। ਜਦੋਂ ਪਤਾ ਹੈ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਇਹ ਬਿਮਾਰੀ ਚੀਨ ਦੇ ਵਿੱਚ ਆ ਗਈ ਸੀ, ਦਸੰਬਰ ਤੋਂ ਲੈ ਕੇ ਮਾਰਚ ਥੋੜਾ ਸਮਾਂ ਨਹੀਂ ਹੁੰਦਾ, 3-4 ਮਹੀਨਿਆਂ ਦਾ ਵਕਫਾ ਸੀ। ਜੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਮੁੱਖ ਮੰਤਰੀ ਆ, ਇਹਨਾਂ ਨੂੰ ਬੁਲਾ ਕੇ ਆਪਣੇ ਕੋਲੇ ਬੁਲਾ ਲੈਂਦੇ, ਉਹ ਦੱਸਿਆ ਜਾਂਦਾ, ਘੱਟੋ ਘੱਟ ਅੰਦਰੂਨੀ ਰੂਪ ਦੇ ਵਿੱਚ ਹੀ ਦੱਸ ਦਿੰਦੇ ਕਿ ਭਵਿੱਖ ਵਾਲੇ ਸਮੇਂ ਦੇ ਵਿੱਚ ਸਾਨੂੰ ਆਹ ਕਰਨਾ ਪੈ ਸਕਦਾ ਹੈ। ਪਰ ਪ੍ਰਧਾਨ ਮੰਤਰੀ ਦਾ ਇਹ ਸੁਭਾਅ ਹੀ ਨਹੀਂ। ਜਿਵੇਂ ਨੋਟਬੰਦੀ ਉਹਨਾਂ ਨੇ ਰਾਤੋਂ ਰਾਤ ਲੋਕਾਂ ਦੇ ਉੱਤੇ ਥੋਪਤੀ, ਉਸੇ ਤਰ੍ਹਾਂ ਇਹ ਸਥਿਤੀ ਵੀ ਨਹੀਂ ਕੀਤੀ। ਜੇ ਆਪਸ ਵਿੱਚ ਦੀ ਬੈਠ ਕੇ ਪਹਿਲਾਂ ਕੀਤਾ ਹੁੰਦਾ ਤਾਂ ਲੋਕ ਘਰਾਂ ਦੇ ਵਿੱਚ ਰਾਸ਼ਨ ਵੀ ਰੱਖ ਲੈਂਦੇ। ਮਤਲਬ ਹੋਰ ਜਿਹੜੇ ਕਦਮ ਸੀ ਉਹ ਉਠਾਏ ਜਾ ਸਕਦੇ ਸੀ, ਪਰ ਉਹ ਉਠਾਏ ਨਹੀਂ ਗਏ, ਜਿਹੜੇ ਕਿ ਮਾੜੀ ਗੱਲ ਹੈ। ਇਸ ਪਾਸੇ ਵੱਲ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੁਝ ਨਵੀਆਂ ਜਿਹੜੀਆਂ ਨੇ ਉਹ ਛੋਟਾਂ ਮਿਲਣ ਜਾ ਰਹੀਆਂ ਨੇ, ਪਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਵੀ ਦੇਖੋ ਕਿੱਥੇ ਕਿੱਥੇ ਜਾ ਕੇ ਕੀ ਹੋ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਇੱਕ ਟਰੈਕਟਰ ਚੋਰ ਫੜਿਆ ਗਿਆ। ਉਹ ਟਰੈਕਟਰ ਚੋਰ ਨੂੰ ਫੜ ਕੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ 2 ਜੱਜ, ਪਤਾ ਲੱਗਿਆ ਬਾਅਦ ਦੇ ਵਿੱਚ ਉਹਨੂੰ ਜੇਲ੍ਹ ਭੇਜਤਾ, 2 ਜੱਜ 7 ਵਕੀਲ ਸਣੇ 27 ਵਿਅਕਤੀਆਂ ਨੂੰ ਜਿਹੜਾ ਅਮਲਾ ਸੀ ਅਦਾਲਤਾਂ ਦਾ, ਉਹਨਾਂ ਨੂੰ ਇਕਾਂਤਵਾਸ ਕੀਤਾ ਹੈ। ਜਦੋਂ ਕੋਈ ਬੰਦਾ, ਹੁਣ ਤਾਂ ਇਹ ਸਥਿਤੀ ਆ ਗਈ ਕਿ ਜੇ ਕੋਈ ਬੰਦਾ ਫੜਨਾ ਉਹਨੂੰ ਹਵਾਲਾ 'ਚ ਦੇਣ, ਜੇਲ੍ਹ 'ਚ ਭੇਜਣ ਜਾਂ ਅਦਾਲਤ 'ਚ ਚਲੇ ਜਾਣ ਤੋਂ ਪਹਿਲਾਂ ਉਹਦਾ ਕਰੋਨਾ ਟੈਸਟ ਕਰਾਉਣਾ ਪਵੇਗਾ। ਜੇ ਕਰੋਨਾ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਉਹਦੇ ਲਈ ਜਿਹੜਾ ਹੈਗਾ ਵੱਖਰਾ, ਮੈਨੂੰ ਤਾਂ ਇਹ ਲੱਗਦਾ ਕਿ ਜੇ ਇੱਦਾਂ ਦੀ ਸਥਿਤੀ ਰਹੀ ਤਾਂ ਜੇਲ੍ਹਾਂ ਵੀ ਕਰੋਨਾ ਵਾਇਰਸ ਵਾਲੀਆਂ ਵੱਖਰੀਆਂ ਬਣਾਉਣੀਆਂ ਪੈ ਸਕਦੀਆਂ ਨੇ। ਬਿਲਕੁਲ ਬਿਲਕੁਲ। ਇਸ ਕਰਕੇ ਸਾਨੂੰ ਲਗਾਤਾਰ ਇਸ ਮਾਮਲੇ ਦੇ ਵਿੱਚ ਇਤਿਹਾਤ ਵਰਤਣੀ ਚਾਹੀਦੀ ਹੈ। ਜੇ ਅਸੀਂ ਇਤਿਹਾਤ ਵਰਤਾਂਗੇ ਤਾਂ ਅੱਗੇ ਨੂੰ ਵਧਾਂਗੇ, ਕਿਉਂਕਿ ਆਰਥਿਕਤਾ ਲੜਖੜਾ ਗਈ ਹੈ। ਬੰਦ ਵੀ ਲੰਬਾ ਸਮਾਂ ਨਹੀਂ ਰੱਖਿਆ ਜਾ ਸਕਦਾ। ਸਾਨੂੰ ਕੁਝ ਨਾ ਕੁਝ ਕਦਮ ਉਠਾਉਣੇ ਪੈਣਗੇ। ਜੇ ਅਸੀਂ ਕਦਮ ਉਠਾਉਂਦੇ ਹਾਂ ਤਾਂ ਮੈਂ ਪਹਿਲਾਂ ਹੀ ਕਹਿਣਾ ਵੀ ਇਲਾਜ ਨਾਲੋਂ ਪਰਹੇਜ਼ ਚੰਗਾ। ਪਰਹੇਜ਼ ਵਾਲੇ ਪਾਸੇ ਨੂੰ ਅਸੀਂ ਸਾਰੇ ਰਲ ਮਿਲ ਕੇ ਚੱਲੀਏ, ਪਰ ਅਸੀਂ ਕਰਦੇ ਨਹੀਂ। ਜਦੋਂ ਵੀ ਕੋਈ ਮਾੜੀ ਜੀ ਛੂਟ ਮਿਲਦੀ ਹੈ ਤੇ ਧਮੱਚੜ ਪਾਉਣਾ ਸ਼ੁਰੂ ਕਰ ਦਿੰਦੇ ਜੀ। ਸਾਡੇ ਨਾਲ ਇੱਥੇ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ। ਪਹਿਲਾਂ ਤਾਂ ਆਪਾਂ ਅੰਕੜਿਆਂ ਦੀ ਗੱਲ ਕਰ 25 ਮਾਰਚ ਨੂੰ ਜਦੋਂ ਹਿੰਦੁਸਤਾਨ ਦੇ ਵਿੱਚ ਕਰਫਿਊ ਲਾਇਆ ਤਾਂ 536 ਦੂਜਾ ਇਹ 14 ਅਪ੍ਰੈਲ ਸਹੀ ਗੱਲ ਪੈਰਸ ਅਮਰੀਕਾ ਤੋਂ ਜੀ ਜੀ ਹਾਂਜੀ ਪਾਸ਼ਾ ਤੁਸੀਂ ਦੱਸ ਰਹੇ ਸੀ ਨਾ ਕੁਝ ਅਫਸਰ ਦਾ ਮੈਡੀਕਲ ਦੇ ਸਟਾਫ ਘਰੋਂ ਬੈਠੇ ਕੰਮ ਕਰ ਰਹੇ ਆ, ਉਹਨਾਂ ਦੀ ਕੋਈ ਜਿਹੜੀ ਮਜਬੂਰੀ ਕਾਰਨ ਸਾਡਾ ਲੰਬੜਦਾਰ ਜੋ ਘਰ ਬੈਠਾ ਆ ਤੇ ਉਹਨਾਂ ਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਹੈਗੀ। ਬਾਕੀ ਤੁਸੀਂ ਦੇਖਦੇ ਆ ਮਤਲਬ ਕਿੱਦਾਂ ਪੰਜਾਬ ਵਿਧਾਨ ਸਭਾ ਦੀ ਖਰਾਬ ਦੇ ਨੀਤੀ ਦੇ ਉੱਤੇ ਕਿੱਦਾਂ ਅਫਸਰ ਤੇ MLA ਕਿੱਦਾਂ ਲੜੇ ਆ। ਇਹ ਉਸੇ ਚੀਜ਼ ਦਾ ਨਤੀਜਾ ਹੈ ਤੇ ਅਫਸਰ ਸ਼ਾਇਦ ਬੇਲਗਾਮ ਹੋਈ ਤੁਰੀ ਫਿਰਦੀ ਆ। ਇਹਨੂੰ ਲੱਤ ਪਾਉਣ ਦੀ ਲੋੜ ਹੈ, ਨਹੀਂ ਤਾਂ ਨੁਕਸਾਨ ਪੰਜਾਬ ਦਾ ਹੋਏਗਾ। ਧੰਨਵਾਦ ਜੀ। ਜੀ ਸ਼ੁਕਰੀਆ, ਧੰਨਵਾਦ। ਢਿੱਲੋਂ ਸਾਹਿਬ, ਅਸੀਂ ਆਰਥਿਕ ਸਥਿਤੀਆਂ ਦੀ ਤੁਸੀਂ ਗੱਲਬਾਤ ਕਰ ਰਹੇ ਸੀ। ਹਾਂ, ਜਿਹੜੀ ਗੱਲ ਕੀਤੀ ਆ ਸੁਖਵਿੰਦਰ, ਮਤਲਬ ਕਈ ਚੰਗੀਆਂ ਖਬਰਾਂ ਵੀ ਆਉਂਦੀਆਂ ਨੇ। ਜਿਵੇਂ ਆਪਾਂ ਕਿਹਾ ਸੀ ਸੀਨੀਅਰ ਓਲੰਪੀਅਨ
ਸਰਦਾਰ ਬਲਬੀਰ ਸਿੰਘ ਹਸਪਤਾਲ ਦੇ ਵਿੱਚ ਦਾਖਲ ਨੇ। ਪਰਮਾਤਮਾ ਉਹਨਾਂ ਨੂੰ ਛੇਤੀ ਸਿਹਤਯਾਬ ਕਰੇ। ਉਹਨਾਂ ਦੀ ਜਿਹੜੀ ਕਰੋਨਾ ਰਿਪੋਰਟ ਆ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਹਨਾਂ ਨੂੰ ਵੀ ਸਿਹਤ ਦੀ ਸਮੱਸਿਆ ਆਈ, ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ। ਹੁਣ ਮੈਂ ਜਿਹੜੀ ਗੱਲ ਕਰਦਾ ਪਿਆ ਸੀਗਾ ਉਹ ਇਹ ਕਰ ਰਿਹਾ ਸੀ ਕਿ ਆਰਥਿਕਤਾ ਨੂੰ ਲੀਹੇ ਲਿਆਉਣ ਦੇ ਵਾਸਤੇ ਬਹੁਤ ਕਦਮ ਉਠਾਉਣੇ ਪੈਣਗੇ। ਹਿੰਦੁਸਤਾਨ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਰੌਲਾ ਪੈ ਰਿਹਾ ਕਿ ਜਿਹੜੇ ਕਾਨੂੰਨ ਬਣਦੇ ਨੇ ਉਹ ਚੰਦ ਲੋਕਾਂ ਵਾਸਤੇ ਬਣਦੇ ਨੇ। ਬਿਲਕੁਲ ਬਿਲਕੁਲ। ਜਿਨ੍ਹਾਂ ਨੇ ਚੋਣਾਂ ਦੌਰਾਨ ਕਰੋੜਾਂ ਰੁਪਈਆ ਇਹਨਾਂ ਸਿਆਸੀ ਪਾਰਟੀਆਂ ਦੇ ਢਿੱਡਾਂ 'ਚ ਪਾਇਆ ਹੁੰਦਾ ਹੈਗਾ, ਉਹ ਲੋਕ ਜਿਹੜੇ ਹੈ ਉਹਨਾਂ ਮੁਤਾਬਕ ਹੀ ਕੰਮ ਕਰਦੇ ਨੇ, ਉਹਨਾਂ ਮੁਤਾਬਕ ਕਾਨੂੰਨ ਬਣਦੇ ਨੇ। ਤੁਹਾਨੂੰ ਇੱਕ ਯਾਦ ਹੋਣਾ ਕਿ ਥੋੜੇ ਦਿਨ ਪਹਿਲਾਂ ਤਾਲਾਬੰਦੀ ਚੱਲ ਰਹੀ ਹੈ, ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਈ। ਬੈਠੇ ਬੈਠੇ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕਰਨ ਦਾ ਯਤਨ ਕੀਤਾ ਕਿ ਮਜ਼ਦੂਰੀ 12 ਘੰਟੇ ਵੀ ਕੀਤੀ ਜਾ ਸਕਦੀ ਹੈ। ਜਿਹਦੇ ਲਈ ਆਪਾਂ ਮਜ਼ਦੂਰ ਦਿਵਸ ਮਨਾਉਂਦੇ ਹਾਂ, ਉਹਨਾਂ ਦੇ ਹੱਕਾਂ ਲਈ ਸ਼ਿਕਾਗੋ ਦੇ ਵਿੱਚ ਜਦੋਂ ਇਸ ਦਾ ਮਤਲਬ ਸੰਘਰਸ਼ ਹੋਇਆ ਸੀ, ਉਹਦੇ ਵਿੱਚ ਉਹਨਾਂ ਨੂੰ ਜਾਨਾਂ ਵੀ ਦੇਣੀਆਂ ਪਈਆਂ ਸੀ। ਉਸੇ ਵੇਲੇ ਇਹ ਗੱਲ ਨਿਕਲੀ ਸੀ ਕਿ ਮਜ਼ਦੂਰਾਂ ਤੋਂ 8 ਘੰਟੇ ਕੰਮ ਲਿਆ ਜਾਵੇ, 8 ਘੰਟੇ ਉਹਨਾਂ ਨੂੰ ਰੈਸਟ ਵਾਸਤੇ ਵੀ ਚਾਹੀਦੇ ਨੇ, 8 ਘੰਟੇ ਉਹ ਕੋਈ ਆਪਦੇ ਘਰ ਦੇ ਕੰਮ ਵੀ ਕਰ ਸਕਦੇ ਹੈ। ਪਰ ਜਿਹੜੇ ਲੋਕ ਸਾਡੇ ਇੱਥੋਂ ਵਿਦੇਸ਼ਾਂ 'ਚ ਜਾਂਦੇ ਨੇ ਉਹ ਕਈ ਵਾਰੀ 12-12 ਘੰਟੇ ਵੀ ਕੰਮ ਕਰਦੇ ਨੇ। ਇਹ ਕਾਨੂੰਨ ਚੁੱਪ ਚਪੀਤੇ ਤੋੜ ਦਿੱਤਾ ਗਿਆ। ਪੁੱਛਣ ਵਾਲਾ ਹੀ ਨਹੀਂ ਕੋਈ ਹੈਗਾ ਕਿ ਤੁਸੀਂ ਗੱਲ ਕਰਦੇ ਹੋ ਦੇਸ਼ ਦੀ 1 ਅਰਬ 35 ਕਰੋੜ ਲੋਕਾਂ ਦੀ। 1 ਅਰਬ 35 ਕਰੋੜ ਲੋਕਾਂ ਤੋਂ ਕਈ ਵਾਰੀ ਜਦੋਂ ਮਜ਼ਦੂਰ ਕੰਮ ਕਰਦਾ ਹੈ 8 ਘੰਟੇ ਆਪਣਾ ਮੁੜਕਾ ਵਹਾਉਂਦਾ ਹੈ, ਉਸ ਵੇਲੇ ਦੀ ਬਾਅਦ ਦੀ ਉਹਦੀ ਸਥਿਤੀ ਦੇਖਣ ਵਾਲੀ ਹੁੰਦੀ ਹੈ ਸੁਖਵਿੰਦਰ। ਮਤਲਬ ਠੰਡੇ ਕਮਰਿਆਂ ਦੇ ਵਿੱਚ ਬੈਠ ਕੇ ਇਹਨਾਂ ਮਜ਼ਦੂਰਾਂ ਨੂੰ, ਇਹਨਾਂ ਲੋਕਾਂ ਨੂੰ ਤੁਸੀਂ ਟਿੱਡੀਆਂ ਮਕੌੜੇ ਨਾ ਸਮਝੋ। ਇਹ ਇਨਸਾਨ ਨੇ ਤੁਹਾਡੇ ਮਤਲਬ ਠੀਕ ਹੈ ਉਹ ਉਹਨੇ ਅਮੀਰ ਨਹੀਂ ਹੋ ਸਕੇ ਤੁਹਾਡੀਆਂ ਨੀਤੀਆਂ ਕਾਰਨ। ਆਬਾਦੀ ਰੋਕਣੀ ਸੀ, ਤੁਸੀਂ ਰੋਕਣੀ ਸੀ। ਉਹਨਾਂ ਦੇ ਰੁਜ਼ਗਾਰ ਪੈਦਾ ਕਰਨੇ ਸੀ, ਤੁਸੀਂ ਕਰਨੇ ਸੀ। ਜੇ ਉਹਨਾਂ ਨੇ ਵੱਧ ਬੱਚੇ ਜੰਮੇ ਨੇ ਤਾਂ ਮੈਂ ਸਮਝਦਾ ਕਿ ਜਿਹੜੀ ਸਿੱਖਿਆ ਦੀ ਘਾਟ ਹੈ, ਸਿੱਖਿਆ ਅਸੀਂ ਉਸ ਪੱਧਰ ਤੱਕ ਆਪਦੇ ਲੋਕਾਂ ਨੂੰ ਨਹੀਂ ਦੇ ਸਕੇ ਜਿਸ ਪੱਧਰ ਤੱਕ ਦਿੱਤੀ ਜਾਣੀ ਚਾਹੀਦੀ ਸੀ। ਜੀ ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਢਿੱਲੋਂ ਭਾਈ ਸਤਿ ਸ਼੍ਰੀ ਅਕਾਲ, ਮੈਂ ਕਲਾਰ ਬੋਲਦਾ। ਕਲਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੋੜੀ ਆਵਾਜ਼ ਪਛਾਣਦੇ ਆ ਜੀ। ਹਾਂਜੀ ਹਾਂ, ਓਕੇ ਭਾਜੀ, ਗੱਲ ਸੁਣੋ। ਮਸਲਾ ਇਹ ਆ ਵੀ ਜਿੱਦਾਂ ਹੁਣ ਪੰਜਾਬ ਤੋਂ ਮਜ਼ਦੂਰ ਵਾਪਸ ਜਾ ਰਹੇ ਯੂਪੀ, ਹਰਿਆਣਾ, ਤਕਰੀਬਨ ਮੁਲਕ ਦੇ ਦੂਏ ਬੰਨੇ, ਉਧਰੋਂ ਜਿਹੜੇ ਪੰਜਾਬ ਦੇ ਮਜ਼ਦੂਰ ਹੋਣਗੇ ਉਹ ਵਾਪਸ ਪੰਜਾਬ ਦੇ ਵਿੱਚ ਆਉਣਗੇ। ਕੀ ਗੱਲ ਇਹ ਵੀ ਤਾਂ ਹੁਣ ਜੇ ਸੋਚਿਆ ਜਾਵੇ ਤਾਂ ਅਸੀਂ ਬੰਬੀ ਲੱਦੀ ਫਿਰਦੇ, ਉਧਰੋਂ ਉਧਰੀ ਤੁਰੇ ਫਿਰਦੇ। ਅੱਗੇ ਸਾਡੇ ਲਈ ਇਹ ਸ਼ਬਦ ਵਰਤਦੇ ਹੁੰਦੇ ਸੀ ਤੇ ਹੁਣ ਨਹੀਂ ਸਰਕਾਰ ਨੂੰ ਦੀਦਾ, ਹੁਣ ਨਹੀਂ ਇਹਨਾਂ ਨੂੰ ਸਾਂਭ ਸਕਦੀ। ਹੁਣ ਇੱਧਰੋਂ ਟ੍ਰੇਨਾਂ ਭਰ ਕੇ ਉਧਰ ਨੂੰ ਭੇਜੀ ਜਾਂਦੇ ਨੇ, ਉਧਰੋਂ ਇੱਧਰ ਨੂੰ ਆਈ ਜਾਂਦੇ ਨੇ। ਇਹਦੇ ਨਾਲ ਤਾਂ ਕਰੋਨਾ ਵਧੂਗੀ, ਇਹ ਜੋ ਮਰਜ਼ੀ ਕਰ ਲੈਣ। ਹਾਂ, ਔਰ ਇਹ 15-20 ਦਿਨਾਂ ਦੇ ਵਿੱਚ ਤਾਂ ਗੇਮ ਖਤਮ ਹੋਣ ਵਾਲੀ ਹੈ ਨੀ ਗੀ ਵੀ 15-20 ਦਿਨਾਂ ਦੇ ਵਿੱਚ ਮਜ਼ਦੂਰ ਆਪੋ ਆਪਣੇ ਜਗ੍ਹਾ ਤੇ ਪਹੁੰਚ ਜਾਣਗੇ। ਹੁਣ ਸਾਡੇ ਪਿੰਡ ਦੇ ਮੈਂ ਫੋਨ ਤੋਂ ਗੱਲ ਕੀਤੀ ਸੀ, ਉੱਥੋਂ ਉੜੀਸਾ ਗਏ ਹੋਏ ਨੇ, ਜਿੱਦਣ ਉਹ ਵਾਪਸ ਮੁੜੇ। ਹਾਲੇ ਤੇ ਸਾਡੇ ਪਿੰਡ ਦੇ ਵਿੱਚ ਸ਼ਾਂਤੀ ਆ। ਹੁਣ ਇਹਨਾਂ ਨੂੰ ਇੱਥੋਂ ਕੋਈ ਚੈੱਕਅਪ ਕਰਕੇ ਚੜਾ ਰਹੇ ਨੇ, ਉੱਥੇ ਇਹਨਾਂ ਦਾ ਮੋਹਰੇ ਕੋਈ ਬੰਦੋਬਸਤ ਹੈਗਾ ਜੀ? ਰੋਟੀਆਂ ਪਾਣੀ ਤੋਂ ਭੁੱਖ ਮਾਰੀ ਪਈ ਹੋਈ ਆ, ਬੁਰੀ ਤਾਂ ਹਾਲਤ ਆ। ਦੂਸਰੀ ਗੱਲ ਆ ਕਿ ਪੰਜਾਬ ਦਾ ਕੋਈ ਵੀ ਮਸਲਾ ਹੁੰਦਾ ਢਿੱਲੋਂ ਭਾਜੀ, ਉਹਦੀ ਜਾਂਚ, ਹੁਣ ਜੇ ਡਾਕਟਰ ਨਹੀਂ ਕੰਮ ਕਰ ਰਹੇ, ਇਹਦੀ ਜਾਂਚ ਨਹੀਂ ਹੋਣੀ ਚਾਹੀਦੀ। ਰਾਈਟ ਨੂੰ ਛਾਪਾ ਮਾਰ ਕੇ ਇਹਨਾਂ ਨੂੰ ਸਾਹਮਣੇ ਮੀਡੀਆ ਦੇ ਖੜੇ ਕਰਕੇ ਇਹਨਾਂ ਦੇ ਹੱਥ ਬੰਨ ਕੇ ਇਹਨਾਂ ਨੂੰ ਘਰੋਂ ਨੂੰ ਤੋਰੋ। ਇਹ ਹਰੇਕ ਗੱਲ ਜਾਂਚ ਦੇ ਵਿੱਚ ਦੱਬ ਦਿੱਤੀ ਜਾਂਦੀ ਆ। ਜਾਂਚਾਂ ਸਾਡੇ ਵੀ ਇੱਥੇ ਹੁੰਦੀਆਂ ਨੇ, ਸਾਨੂੰ ਉਦੋਂ ਪਤਾ ਲੱਗਦਾ ਜਦੋਂ ਹੋ ਕੇ ਰਿਜ਼ਲਟ ਆ ਜਾਂਦਾ। ਅਸੀਂ ਪਹਿਲਾਂ ਇੱਥੇ ਰੌਲੀ ਪਾ ਦਿੰਦੇ, ਜਾਂਚ ਬਹਾਲ ਦਿੱਤੀ, ਮੈਂਬਰੀ ਕਮੇਟੀ ਬਣਾਤੀ, ਜੇ ਕਰਤਾ ਵੋ ਕਰਤਾ। ਮੈਂ ਰਾਤੀ ਵੀ ਸਮੇਤ ਸੈਣੀ ਦੀ ਵੀ ਤਾਂ ਹੀ ਗੱਲ ਕੀਤੀ ਸੀ। ਏਦਾਂ ਨਹੀਂ, ਏਦਾਂ ਤਾਂ ਬਹੁਤ ਜ਼ਿਆਦਾ ਮੇਰੇ ਹਿਸਾਬ ਦੇ ਨਾਲ ਮੇਰੀ ਸੋਚ ਹੈ ਜੀ ਇੰਡੀਆ ਦੀ ਹਾਲਤ ਪਤਲੀ ਹੋ ਜਾਊਗੀ, ਭੁੱਖਮਰੀ ਵੀ ਨਾਲ ਚੱਲ ਪੈਣੀ, ਕਈ ਕੁਝ ਹੀ ਹੋ ਜਾਣਾ ਬ੍ਰਦਰ। ਬਾਕੀ ਤੁਸੀਂ ਆਪਣੇ ਵਿਚਾਰ ਦੱਸ ਦਿਓ। ਜੀ ਸ਼ੁਕਰੀਆ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ, ਉਹਨਾਂ ਦਾ ਵਿਚਾਰ ਲੈ ਲੈਂਦੇ ਆ ਜੀ। ਸਵਾਗਤ ਹੈ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ। ਢਿੱਲੋਂ ਸਾਹਿਬ, ਕੁਲਾਰ ਸਾਹਿਬ ਨੇ ਜਿਵੇਂ ਕਿਹਾ ਜੀ, ਬਿਲਕੁਲ ਮੈਂ ਬਿਲਕੁਲ ਕਹਿ ਰਿਹਾ ਹਾਂ ਕਿ ਜਿੰਨਾ ਖਰਚਾ ਇਹਨਾਂ ਨੂੰ ਢੁਆ ਢੁਆਈ ਦੇ ਉੱਤੇ ਕੀਤਾ ਜਾ ਰਿਹਾ, ਇਧਰੋਂ ਉਧਰ ਲਿਜਾਣ ਤੇ ਉਧਰੋਂ ਇੱਧਰ ਲਿਜਾਣ ਤੇ, ਮੇਰਾ ਖਿਆਲ ਹੈ ਵੀ ਇੰਨੇ ਪੈਸਿਆਂ ਦੇ ਨਾਲ ਇਹਨਾਂ ਦਾ ਜਿਹੜਾ ਜੀਵਨ ਸੀ ਇੱਥੇ ਰਹਿ ਕੇ ਹੀ ਅੱਗੇ ਵਧਾਇਆ ਜਾ ਸਕਦਾ ਸੀ। ਸਰਕਾਰਾਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ, ਹੋਰ ਅਧਿਕਾਰੀ ਨੇ, ਇਹਨਾਂ ਤੋਂ ਜਿਹੜੇ ਲੋਕ ਕਿਰਾਏ ਮੰਗ ਰਹੇ ਸੀ, ਦੂਜਾ ਮੈਂ ਪਹਿਲਾਂ ਕਹਿ ਕੇ ਹਟਿਆ, ਉਹ ਹੋਣਾ ਚਾਹੀਦਾ ਸੀ। ਜਿਹੜਾ ਕੁਲਾਰ ਸਾਹਿਬ ਨੇ ਗੱਲ ਕੀਤੀ ਹੈ ਕਿ ਕਮੇਟੀਆਂ ਬਣ ਜਾਂਦੀਆਂ ਨੇ, ਹਿੰਦੁਸਤਾਨ ਦੇ ਵਿੱਚ ਕਮੇਟੀ ਦਾ ਮਤਲਬ ਹੈ ਕੰਮ ਮਿੱਟੀ। ਜਿਹੜੇ ਕੰਮ ਨੂੰ ਮਤਲਬ ਨਾ ਕਰਨਾ ਹੋਵੇ, ਉਹਨੂੰ ਢੱਠੇ ਖੂਹ 'ਚ ਪਾਉਣਾ ਹੋਵੇ, ਉਹਦਾ ਇੱਕ ਕਮੇਟੀ ਬਣਾ ਦਿਓ, ਕਮਿਸ਼ਨ ਬਣਾ ਦਿਓ। ਅਜੇ ਤੱਕ ਤਾਂ 1984 ਦੇ ਜਿਹੜੇ ਸਿੱਖ ਕਤਲੇਆਮ ਹੋਇਆ ਸੀ, ਉਹਦੇ ਕਮਿਸ਼ਨ ਤੇ ਕਮਿਸ਼ਨ ਤੁਰੇ ਜਾਂਦੇ ਨੇ। ਅਜੇ ਤੱਕ ਉਹਨਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਉਹ ਨਹੀਂ ਲੱਗੀ ਜਿਹੜੀ ਲੱਗਣੀ ਚਾਹੀਦੀ ਸੀ।
ਸਾਡਾ ਜਿਹੜਾ ਕਾਨੂੰਨ ਹੈ ਇਹ ਮੋਮ ਦਾ ਕਾਨੂੰਨ ਹੈ। ਤਕੜੇ ਲੋਕ ਇਹਨੂੰ ਆਪਦੇ ਵਾਲੇ ਪਾਸੇ ਨੂੰ ਮਰੋੜ ਰਹਿੰਦੇ ਨੇ ਤੇ ਜਿਹੜਾ ਆਮ ਵਿਅਕਤੀ ਹੈ ਉਹਦੇ ਵਾਸਤੇ ਇਹਦੀ ਵੱਖਰੀ ਹੈ। ਜਦੋਂ ਤੱਕ ਅਸੀਂ ਜਿੱਥੇ ਕੁਲਾਰ ਸਾਹਿਬ ਰਹਿੰਦੇ ਨੇ ਉੱਥੇ ਕਾਨੂੰਨ ਸਾਰਿਆਂ ਵਾਸਤੇ ਇੱਕ ਹੈਗਾ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਾਡੇ ਹੁਕਮਰਾਨਾਂ ਨੂੰ ਜਦੋਂ ਵੋਟਾਂ ਪੈਂਦੀਆਂ ਨੇ ਇਹ ਪ੍ਰਣਾਲੀ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈਗੀ। ਤਬਦੀਲੀ ਕਦੋਂ ਆਊਗੀ? ਜਦੋਂ ਲੋਕ ਪੜ੍ਹ ਲਿਖ ਜਾਣਗੇ। ਪੜ੍ਹਨ ਵਾਲੇ ਪਾਸੇ ਨੂੰ ਤਾਂ ਅਸੀਂ ਤੋਰਿਆ ਹੀ ਨਹੀਂ। ਸਾਰੇ ਬਜਟ ਜਿਹੜੇ ਆ ਉਹ ਮੁਕਤਖੋਰੀ ਤੇ ਜਿਹੜੀਆਂ ਮੁਕਤ ਸਹੂਲਤਾਂ ਨੇ, ਭਾਵ ਲੋਕਾਂ ਨੂੰ ਬੇਕਾਰ ਬਣਾ ਦਿਓ। ਕਿੰਨੇ ਲੋਕ ਇੱਥੇ ਮੈਂ ਹੁਣ ਘਰ ਤੋਂ ਆਇਆ, ਮੇਰਾ ਖਿਆਲ ਆ ਵੀ 200 ਬੰਦਾ ਜਿਹੜਾ ਹੈਗਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਅੱਗੇ ਆ ਕੇ ਤੱਕ ਨੀਲੇ ਅਸਮਾਨ ਦੇ ਥੱਲੇ ਫੁੱਟਪਾਥਾਂ ਦੇ ਉੱਤੇ ਸੁੱਤਾ ਪਿਆਗਾ। ਉਹਨਾਂ ਦਾ ਅਸੀਂ ਕਿੰਨਾ ਕੁ ਪ੍ਰਬੰਧ ਕਰ ਲਿਆ। ਕਿੰਨੇ ਧਾਰਮਿਕ ਸਥਾਨ ਤੁਸੀਂ ਦੇਖ ਲਓ ਹਿੰਦੁਸਤਾਨ ਦੇ ਵਿੱਚ, ਉਹਦੇ ਬਾਹਰਲੇ ਪਾਸੇ ਵਿਹਲੜ ਰੂਪ ਦੇ ਵਿੱਚ ਲੋਕ ਕਿੰਨੇ ਬੈਠੇ ਨੇ, ਉਹਨਾਂ ਦਾ ਕੋਈ ਪ੍ਰਬੰਧ ਕੀਤਾ ਅਸੀਂ? ਮਤਲਬ ਕਾਰਨ ਕੀ? ਮੁੱਖ ਕਾਰਨ ਇਹ ਹੈ ਕਿ ਦੇਸ਼ ਦੀ ਆਬਾਦੀ ਨੂੰ ਵਧਣ ਤੋਂ ਰੋਕਣ ਵਾਲੇ ਪਾਸੇ ਅਸੀਂ ਕੋਈ ਕਦਮ ਹੀ ਨਹੀਂ ਚੱਕਿਆ। ਉਹ ਕਿਵੇਂ ਚੱਕਿਆ ਜਾਂਦਾ? ਜੇ ਇਹਨਾਂ ਲੋਕਾਂ ਨੂੰ ਅਸੀਂ ਸਿੱਖਿਅਕ ਕਰਦੇ। ਸਿੱਖਿਆ ਪ੍ਰਣਾਲੀ ਦੇ ਵਿੱਚ ਜਿਹੜੀਆਂ ਊਣਤਾਈਆਂ ਨੇ ਉਹਨਾਂ ਨੂੰ ਠੱਲਣ ਦੀ ਜ਼ਰੂਰਤ ਹੈਗੀ ਹੈ। ਇਹਨਾਂ ਤੋਂ ਮਜ਼ਦੂਰੀ ਕਰਾਓ। ਠੰਡੇ ਕਮਰਿਆਂ ਦੇ ਵਿੱਚ ਬੈਠ ਕੇ, ਮੈਂ ਕਈ ਵਾਰੀ ਗੱਲ ਕਰਦਾ, ਇੱਕ ਵਾਰੀ ਬਾਲ ਮਜ਼ਦੂਰੀ ਤੇ ਕੰਮ ਆਈ, ਭੱਠਿਆਂ ਦੇ ਉੱਤੋਂ 70-75 ਬੱਚੇ ਲਿਆ ਕੇ ਇੱਥੇ ਛੱਡਤੇ। ਉਹ 15 ਦਿਨਾਂ ਬਾਅਦ ਚੌਂਕਾਂ ਦੇ ਵਿੱਚ ਖੜ ਕੇ ਭੀਖ ਮੰਗਣ ਲੱਗ ਗਏ। ਉੱਥੇ ਉਹਨਾਂ ਨੂੰ 2000 ਰੁਪਇਆ ਦਿੱਤਾ ਜਾਂਦਾ ਸੀ, 3 ਟਾਈਮ ਦਾ ਪ੍ਰਸ਼ਾਦਾ ਮਿਲਦਾ ਸੀ, ਰੋਟੀ ਮਿਲਦੀ ਸੀ ਉਹਨਾਂ ਨੂੰ, ਨਾਲ ਉਹਨਾਂ ਨੂੰ ਮਤਲਬ ਗਰਮੀ ਤੇ ਸਰਦੀ 2-2 ਕੱਪੜੇ ਦਿੱਤੇ ਜਾਂਦੇ ਸੀ। ਮੈਂ ਕਹਿੰਦਾ ਉੱਥੇ ਰਹਿੰਦੇ ਚੰਗੇ ਸੀ। 2000 ਰੁਪਇਆ ਵੀ ਦਿੰਦੇ ਸੀ ਉਹ ਉਸ ਵੇਲੇ। ਅੱਜ ਤੋਂ ਇਹ 7-8 ਸਾਲ ਪੁਰਾਣੀ 10 ਸਾਲ ਗੱਲ ਹੈਗੀ। ਉਹ ਚੰਗਾ ਸੀ ਜਾਂ ਉਹ ਭੀਖ ਮੰਗਦੇ ਚੰਗੇ ਨੇਗੇ? ਭਾਵ ਜਿਹੜੇ ਠੰਡੇ ਕਮਰਿਆਂ ਦੇ ਵਿੱਚ ਬਹਿ ਕੇ ਅਸੀਂ ਇਸ ਤਰ੍ਹਾਂ ਦੇ ਕਾਨੂੰਨ ਘੜਦੇ ਆ ਨਾ, ਜਦੋਂ ਜ਼ਮੀਨੀ ਪੱਧਰ ਤੇ ਆ ਕੇ ਦੇਖ ਦਿਓ ਉਹ ਗੱਲ ਨਹੀਂ ਹੁੰਦੀ। ਚੰਗਾ ਇਹ ਹੈਗਾ ਕਿ ਜਦੋਂ ਗੱਲ ਕਰਨੀ ਹੈ ਜ਼ਮੀਨੀ ਪੱਧਰ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ। ਜੇ ਕਿਸਾਨਾਂ ਦੀ ਗੱਲ ਕਰਨੀ ਹੈ ਤਾਂ ਉਹਨਾਂ ਕਿਸਾਨਾਂ ਨੂੰ ਕੀਤਾ ਜਾਵੇ ਜਿਹੜੀ ਵੱਡੀ ਪੱਧਰ ਦੇ ਉੱਤੇ ਖੇਤੀ ਕਰਦੇ ਨੇ, ਨਾ ਕਿ ਉਹ ਕਿਸਾਨ ਜਿਨ੍ਹਾਂ ਦਾ ਖੇਤੀ ਨਾਲ ਸੰਬੰਧਿਤ ਹੀ ਕੋਈ ਨਹੀਂ ਹੈਗਾ, ਜਾਂ ਹੋਰ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਜਿਹੜੇ ਮਾਹਰ ਬੰਦੇ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਲੈ ਕੇ ਕਮੇਟੀਆਂ ਬਣਨੀਆਂ ਚਾਹੀਦੀਆਂ, ਨਾ ਕਿ ਮੇਰੇ ਤੇਰੇ ਵਰਗੇ ਜਿਨ੍ਹਾਂ ਦਾ ਦੂਰ ਦਾ ਵਾਸਤਾ ਨਹੀਂ ਹੁੰਦਾ। ਢਿੱਲੋਂ ਸਾਹਿਬ ਗੱਲ ਤਾਂ ਹੋਈ ਹੈ ਨਾ ਕਿ ਕੰਧ ਅੱਗੇ ਬੀਨ ਵਜਾਉਣ ਵਾਲਾ ਕੰਮ ਹੈ, ਇਹਨਾਂ ਮੱਝ ਅੱਗੇ ਬੀਨ ਵਜਾ ਲਓ, ਜਿਵੇਂ ਵੀ ਕਹਿ ਲਓ। ਜਿੰਨਾ ਮਰਜ਼ੀ ਇਹਨਾਂ ਨੂੰ ਸਮਝਾ ਲਓ, ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ, ਇਹਨਾਂ ਨੂੰ ਪਤਾ ਨਹੀਂ ਲੱਗਦਾ। ਜਿੰਨਾ ਮਰਜ਼ੀ ਆਪਾਂ ਕਹਿ ਦਈਏ, ਕਈ ਪੱਤਰਕਾਰ ਸਾਡੇ ਤੁਹਾਡੇ ਵਰਗੇ ਬੜਾ ਕੁਝ ਕਹਿੰਦੇ ਨੇ ਸਰਕਾਰ ਨੂੰ। ਜੀ ਢਿੱਲੋਂ ਸਾਹਿਬ, ਅਸੀਂ ਮੁਸਾਫਰ ਰੇਲ ਗੱਡੀਆਂ ਦੀ ਵੀ ਗੱਲ ਦੱਸ ਦਈਏ ਕਿ ਹਾਂ ਉਹ ਵੀ ਕਰਦੇ ਹਾਂ ਜੀ। ਪਹਿਲਾਂ ਹਿੰਦੁਸਤਾਨ ਦੇ ਵਿੱਚ ਅਸੀਂ ਉਹਨਾਂ 10 ਸੂਬਿਆਂ ਨੂੰ ਸਲਾਮ ਕਰੀਏ ਜਿਨ੍ਹਾਂ ਦੇ ਵਿੱਚ ਅਜੇ ਤੱਕ ਕੋਈ ਮਾਮਲਾ ਹੀ ਨਹੀਂ ਆਇਆ। ਸਭ ਤੋਂ ਜੇ ਚੰਗਾ ਕੰਮ ਕੀਤਾ ਕੇਰਲ, ਉੜੀਸਾ, ਸਿੱਕਮ, ਇਸ ਤਰ੍ਹਾਂ ਦੇ ਰਾਜ ਨੇ ਜਿੱਥੇ ਅਜੇ ਤੱਕ ਇਸ ਤੇ ਕਾਬੂ ਪਾ ਲਿਆ ਗਿਆ। ਦੇਖੋ ਗੋਆ ਕਿੱਡਾ ਸੀ, ਉੱਥੇ ਵੀ ਸਥਿਤੀ ਜਿਹੜੀ ਆ ਉਹ ਕਾਬੂ ਹੇਠ ਆ, ਬਹੁਤ ਥੋੜੇ ਨੇ। ਸਾਨੂੰ ਉਹਨਾਂ ਰਾਜਾਂ ਦੇ ਪ੍ਰਬੰਧਕਾਂ ਤੋਂ, ਉਹਨਾਂ ਰਾਜਾਂ ਦੇ ਹੁਕਮਰਾਨਾਂ ਤੋਂ, ਉਹਨਾਂ ਰਾਜਾਂ ਦੀਆਂ ਸਰਕਾਰਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਤੁਸੀਂ ਕਿਹੜਾ ਕੰਮ ਕੀਤਾ ਹੈ। ਹੁਣ ਪ੍ਰਸ਼ਾਸਨ ਸਾਰੇ ਦਾ ਸਾਰਾ ਸਿਰਫ ਇਸੇ ਮਾਮਲੇ ਤੇ ਲੱਗਿਆ ਹੋਇਆ ਹੈਗਾ ਕਿ ਕਿਵੇਂ ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਾਨਾ ਗੱਡੀਆਂ 'ਚ ਬਿਠਾ ਕੇ ਉਹਨਾਂ ਦੇ ਪਿਤਰੀ ਰਾਜਾਂ ਵੱਲ ਤੋਰਿਆ ਜਾਵੇ। ਇਹ ਕਿਹਨੇ ਸ਼ੁਰੂਆਤ ਕੀਤੀ ਹੈ, ਇਹਦੇ ਬਾਰੇ ਦੇਖਿਆ ਜਾਵੇ। ਜੇ ਉਹਨਾਂ ਦੇ ਪਿਤਰੀ ਰਾਜਾਂ ਦੇ ਵਿੱਚ ਉਹਨਾਂ ਕੋਲੇ ਐਡੀ ਵੱਡੀ ਸਥਿਤੀ ਹੁੰਦੀ ਕਿ ਉਹ ਆਪਣੇ ਇਹਨਾਂ ਮਜ਼ਦੂਰਾਂ ਨੂੰ ਪਾਲ ਲੈਂਦੇ, ਤਾਂ ਇਹ ਮਜ਼ਦੂਰ ਦੂਜੇ ਰਾਜਾਂ ਵੱਲ ਕਿਉਂ ਜਾਂਦੇ? ਬਿਲਕੁਲ। ਮਤਲਬ ਇਸ ਵੇਲੇ ਮੈਂ ਬਹੁਤ ਲੰਬੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਪ੍ਰਵਾਸੀ ਮਜ਼ਦੂਰ ਆਏ, ਉਹਨਾਂ ਨੇ ਸਾਡੇ ਪਿਤਾ ਪੁਰਖੀ ਧੰਦਿਆਂ ਤੇ ਵੀ ਕਬਜ਼ਾ ਕਰ ਲਿਆ। ਉਹਦਾ ਮੁੱਖ ਕਾਰਨ ਕੀ ਹੈ ਕਿ ਅਸੀਂ ਕਿਰਤ ਕਰਨਾ ਛੱਡ ਗਏ। 1 ਮਈ ਨੂੰ ਕਿਰਤ ਦਿਵਸ ਮਨਾਇਆ ਜਾਂਦਾ ਹੈ। ਉਹ ਕਿਰਤ ਦਿਵਸ ਤੁਸੀਂ ਦੇਖੋ, ਪਿੰਡਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ, ਮੰਡੀਰ ਹੈ, ਇਹ ਬਾਲਾਂ ਨੂੰ ਲਾ ਕੇ ਜੈਲ ਤੇ ਕਿਵੇਂ ਮੋਟਰਸਾਈਕਲਾਂ ਤੇ ਚੜ੍ਹ ਕੇ ਤੁਰੀ ਫਿਰਦੀ ਹੈ, ਇਹਦੇ 'ਚ ਆਪਾਂ ਅਗਲੇ ਸੈਗਮੈਂਟ 'ਚ ਗੱਲ ਕਰ ਲਾਂਗੇ। ਮਤਲਬ ਕਿਰਤ ਦਾ ਜਿਹੜਾ ਕੰਮ ਹੈਗਾ ਉਹ ਕਿਰਤ ਅਸੀਂ ਛੱਡਤੀ ਹੈ। ਇਹੋ ਕਾਰਨ ਹੈ ਕਿ ਲਗਾਤਾਰ ਜਿਹੜਾ ਹੈਗਾ ਸਾਨੂੰ ਸਮੱਸਿਆਵਾਂ ਦੇ ਵਿੱਚ ਉਲਝਣਾ ਪੈ ਰਿਹਾ ਹੈ ਤੇ ਦੂਜੇ ਰਾਜਾਂ ਦੇ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਨਿਰਭਰ ਹੋਣਾ ਪੈ ਰਿਹਾ। ਜੀ ਸ਼ੁਕਰੀਆ ਢਿੱਲੋਂ ਸਾਹਿਬ। ਇੱਥੇ ਬ੍ਰੇਕ ਦਾ ਸਮਾਂ ਹੋ ਗਿਆ। ਬ੍ਰੇਕ ਤੋਂ ਬਾਅਦ ਵੀ ਸਾਡੀ ਚਰਚਾ ਇਸੇ ਤਰ੍ਹਾਂ ਜਾਰੀ ਹੈ। ਤੁਸੀਂ ਜੁੜੇ ਰਹੋ ਸਾਡੇ ਨਾਲ। ਧੰਨਵਾਦ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਢਿੱਲੋਂ ਸਾਹਿਬ, ਜਿਵੇਂ ਕਿ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਕਿਰਤ ਕਰਨ ਦਾ ਸੁਝਾਅ ਜਿਹੜਾ ਗੁਰੂ ਨਾਨਕ ਸਾਹਿਬ ਨੇ ਵੀ ਦਿੱਤਾ ਸੀ, ਪਰ ਸਾਡੇ ਵਾਲੇ ਜਿਹੜੇ ਨੇ ਇਹ ਕਿਰਤ ਨੂੰ ਛੱਡ ਕੇ ਪਿੱਛੇ ਤੇ ਜਿਹੜੀਆਂ ਤੁਸੀਂ ਦੇਖਿਆ ਉਹ ਕਲਾਕਾਰੀਆਂ ਕਰਦੇ ਫਿਰਦੇ ਨੇ। ਕੋਈ ਮੋਟਰਸਾਈਕਲਾਂ ਤੇ, ਕੋਈ ਕਿਵੇਂ ਗਾਹ ਪਾ ਰਿਹਾ, ਕੋਈ ਕਿੱਦਾਂ ਪਾ ਰਿਹਾ। ਹੁਣ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਖੇਤਾਂ ਦੇ ਵਿੱਚ ਆਪ ਜਾ ਕੇ ਜੇ ਕਈ ਚੱਕ ਲਈਏ ਤਾਂ ਕਿਤੇ ਨਾ ਕਿਤੇ ਪੰਜਾਬ ਵੀ ਤਰੱਕੀ ਕਰ ਸਕਦਾ। ਸਾਡੇ ਨਾਲ ਜਿਹੜਾ ਮੇਨ ਕਾਰਨ ਹੈ ਸਭ ਤੋਂ ਵੱਧ ਇਹੋ ਹੀ ਆਇਆ
ਕਿ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਜੇ ਤੁਸੀਂ ਅੱਜ ਤੋਂ 40 ਕੁ ਸਾਲ ਪਿੱਛੇ ਚੱਲ ਜਾਓ, ਕਿਸੇ ਪਿੰਡ ਦੇ ਵਿੱਚ ਕੋਈ ਸੜਕ ਬਣਾਈ ਜਾਂਦੀ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਆਪ ਮਿੱਟੀ ਪਾਉਂਦਾ ਸੀ। ਹੁਣ ਮਿੱਟੀ ਦੇ ਰੇਤੇ ਦੇ ਸਕੈਂਡਲ ਹੀ ਸਭ ਤੋਂ ਵੱਡੇ ਨੇਗੇ ਕਿ ਰੇਤਾ ਕਿੰਨਾ ਕਿੰਨਾ ਮਤਲਬ ਲੱਖਾਂ ਰੁਪਈਆਂ ਦਾ ਜਿਹੜਾ ਰੇਤਾ ਹੈਗਾ ਜਾਂ ਮਿੱਟੀ ਹੈ ਉਹਦੇ ਵਿੱਚ ਨਿਕਲ ਜਾਂਦਾ ਹੈਗਾ। ਸਾਡੇ ਜਿਹੜੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਆ ਪੁਲ ਬਣਾਏ ਗਏ, ਪੁਲਾਂ ਨੂੰ ਮਿੱਟੀ ਦੇ ਆਧਾਰ ਤੇ ਬਣਾ ਲਿਆ। ਜੇ ਚੰਗਾ ਹੁੰਦਾ ਇਹੀ ਪੁਲ ਜਿਹੜੇ ਆ ਪਿੱਲਰਾਂ ਤੇ ਬਣਦੇ, ਥੱਲੇ ਵੀ ਆਵਾਜਾਈ ਚੱਲਦੀ, ਅਸੀਂ ਲੰਬੇ ਸੰਬੇ ਵਾਲਾ ਸੋਚਣਾ ਹੀ ਨਹੀਂ। ਜਿਹੜੇ ਇਹ ਪ੍ਰਵਾਸੀ ਮਜ਼ਦੂਰ ਆ ਪੰਜਾਬ ਦੇ ਵਿੱਚ, ਖਾਸ ਕਰ ਪੰਜਾਬ ਦੇ ਵਿੱਚ ਸਾਰੇ ਜਿੰਨੇ ਸਾਡੇ ਪਿਤਾ ਪੁਰਖੀ ਧੰਦੇ ਸੀ ਉਹਨਾਂ ਦੇ ਉੱਤੇ ਕਾਬਜ ਹੋ ਗਏ। ਕਿਉਂ ਕਾਬਜ ਹੋ ਗਏ? ਕਿਉਂਕਿ ਅਸੀਂ ਕੰਮ ਕਰਨਾ ਛੱਡਤਾ, ਸਾਡੇ ਮੁੰਡਿਆਂ ਨੇ ਕੰਮ ਕਰਨਾ ਛੱਡਤਾ। ਮਤਲਬ ਇੱਥੇ ਇੱਕ ਆਈਲੈਟਸ ਪੜ੍ਹ ਕੇ ਲੋਕਾਂ ਨੂੰ ਇਹ ਲੱਗੀ ਜਾਂਦਾ ਹੈ ਕਿ ਅਮਰੀਕਾ ਕੈਨੇਡਾ ਦੇ ਵਿੱਚ ਟਰੰਪ ਹੋਰਾਂ ਨੇ ਜਿਹੜੇ ਡਾਲਰ ਆ ਨਾ ਉਹ ਦਰਖਤਾਂ ਨਾਲ ਟੰਗੇ ਹੋਏ ਆ, ਬਸ ਤੋੜਨੀ ਆ ਉੱਥੇ ਜਾ ਕੇ। ਅਸੀਂ ਇਹਨਾਂ ਨੂੰ ਇੱਥੇ ਕਿਰਤ ਕਰਨ, ਜੇ ਸੈਲਫ ਹੈਲਪ ਗਰੁੱਪ, ਇੱਕ ਰਾਜ ਹੈਗਾ ਕਰਨਾਟਕਾ, ਉਹਨਾਂ ਦੇ ਇੱਕ ਮੁੱਖ ਮੰਤਰੀ ਹੁੰਦੇ ਸੀ ਰਾਜਸ਼ੇਖਰ ਰੈਡੀ, ਉਹਨਾਂ ਨੇ ਉਹਨਾਂ ਨੂੰ ਸੈਲਫ ਹੈਲਪ ਗਰੁੱਪਾਂ ਦੇ ਰਾਹੀਂ ਕੰਮ ਕਰਾਇਆ। ਸੈਲਫ ਹੈਲਪ ਗਰੁੱਪਾਂ ਦੇ ਰਾਹੀਂ ਜੇ ਕੰਮ ਕਰਾਵਾਂਗੇ, ਪਰ ਸਾਡੇ ਇੱਥੇ ਜਿੰਨੇ ਕਾਨੂੰਨ ਬਣਦੇ ਨੇ ਉਹ ਸਾਰੇ ਦੇ ਸਾਰੇ ਸਰਮਾਏਦਾਰੀ ਵਾਸਤੇ ਬਣਦੇ ਨੇ, ਆਮ ਲੋਕਾਂ ਵਾਸਤੇ ਨਹੀਂ ਬਣਦੇ। ਜਿਹੜੀ ਅਫਸਰਸ਼ਾਹੀ ਹੈ ਉਹ ਕੰਮ ਨਹੀਂ ਕਰਨ ਦਿੰਦੀ। ਜੇ ਕੋਈ ਬੰਦਾ ਕੰਮ ਕਰਦਾ ਹੈਗਾ ਉਹਨੂੰ ਇੰਨਾ ਕੋਲ ਜਾ ਦਿੱਤਾ ਜਾਂਦਾ ਹੈ ਕਿ ਪੁੱਛੋ ਕੁਛ ਨਾ। ਜੇ ਸਿੰਗਲ ਵਿੰਡੋ ਸਰਵਿਸ ਸਾਡੇ ਦਫ਼ਤਰਾਂ ਦੇ ਵਿੱਚ ਸ਼ੁਰੂ ਹੋ ਜਾਵੇ, ਕੋਈ NOC ਲੈਣੀ ਹੈ ਕਿਸੇ ਬੰਦੇ ਨੂੰ ਕੰਮ ਕਰਨ ਵਾਸਤੇ, NOC ਉਹ ਲੈਣੀ ਪਹਿਲਾਂ ਸਭ ਤੋਂ ਵੱਡਾ ਔਖਾ ਕੰਮ ਹੈਗਾ। ਇਸ ਕਰਕੇ ਜਿਹੜੇ ਸਾਡੀਆਂ ਸਰਕਾਰਾਂ ਨੇ, ਉਹਨਾਂ ਸਰਕਾਰਾਂ ਨੂੰ ਚਾਹੀਦਾ, ਰੌਲਾ ਬਹੁਤ ਪਾਉਂਦੇ ਨੇ ਪਰ ਆਊਟਪੁੱਟ ਉਹਨਾਂ ਦੀ ਨਿਲ ਹੈ। ਜੀ, ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ ਹੈਲੋ, ਤੁਹਾਡੇ ਟੀਵੀ ਦੀ ਆਵਾਜ਼ ਬੰਦ ਆ ਰਹੀ ਹੈ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰੋ, ਤੁਹਾਡੀ ਆਵਾਜ਼ ਤੁਹਾਡੇ ਤੱਕ ਪਹੁੰਚੇਗੀ। ਹੈਲੋ, ਤੁਹਾਡੇ ਟੀਵੀ ਦੀ ਆਵਾਜ਼ ਆ ਰਹੀ ਹੈ। ਅਸੀਂ ਵਾਰ-ਵਾਰ ਇਹੀ ਬੇਨਤੀ ਕਈ ਵਾਰ ਕਰਦੇ ਹਾਂ ਕਿ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ ਤਾਂ ਆਪਣੇ ਟੀਵੀ ਦੀ ਆਵਾਜ਼ ਜਿਹੜੀ ਆ ਉਹ ਡਾਊਨ ਰੱਖਿਆ ਕਰੋ ਤਾਂ ਕਿ ਤੁਹਾਡੀ ਗੱਲ ਸਾਡੇ ਤੱਕ ਸਾਫ਼ ਪਹੁੰਚ ਸਕੇ। ਢਿੱਲੋਂ ਸਾਹਿਬ, ਹੁਣ ਅਸੀਂ ਗੱਲਬਾਤ ਕਰੀਏ ਕਿ ਏਅਰ ਇੰਡੀਆ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਨੇ, ਤੇ ਰੇਲ ਗੱਡੀਆਂ ਦੀ ਜਿਹੜੀ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਉਹ ਜ਼ਰੂਰ ਦੱਸੀਏ ਕਿ ਕਿਵੇਂ ਦੀਆਂ ਸ਼ੁਰੂ ਹੋ ਰਹੀਆਂ, ਕੀ ਕੁਝ ਉਹਦੇ ਵਿੱਚ ਰੱਖਿਆ ਗਿਆ। ਸੁਖਵਿੰਦਰ, ਜਿੰਨਾ ਕੁਛ ਵੀ ਸ਼ੁਰੂ ਹੋਣਾ ਹੈ, ਭਾਵੇਂ ਬੱਸਾਂ ਦਾ ਹੋਵੇ, ਰੇਲਾਂ ਦਾ ਹੋਵੇ, ਜਹਾਜ਼ਾਂ ਦਾ ਹੋਵੇ, ਸਿਨੇਮੇ ਘਰਾਂ ਦਾ ਹੋਵੇ, ਸਿਨੇਮੇ ਘਰਾਂ ਵਾਸਤੇ ਵੀ ਨਵੇਂ ਕਾਨੂੰਨ ਬਣ ਰਹੇ ਨੇ ਕਿ ਇੱਕ ਇੱਕ ਸੀਟ ਉਹਦੇ ਵਿੱਚੋਂ ਕੱਢਣੀ ਆ ਹੁਣ ਲੋਕ, ਤਾਂ ਕਿ ਦੂਰੀ ਬਣਾ ਕੇ ਬੈਠਣ। ਤੁਸੀਂ ਦੇਖੋ, ਭਾਵੇਂ ਰੇਲਾਂ ਨੇ, ਭਾਵੇਂ ਉਹ, ਜੇ ਇਹਨਾਂ ਮਜ਼ਦੂਰਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਜਾਂਦੀ ਤਾਂ ਛੱਤਾਂ ਤੱਕ ਭਰ ਭਰ ਕੇ ਇਹਨਾਂ ਨੇ ਜਾਣਾ ਸੀਗਾ। ਇਹ ਇਤਿਹਾਦ ਵਰਤਣੀ ਅਜੇ ਸਾਨੂੰ ਅੱਗੇ ਸਮੇਂ ਵਿੱਚ ਪਵੇਗੀ। ਜਿਹੜੀ ਪਾਇਲਟਾਂ ਦੀ ਗੱਲ ਕੀਤੀ ਆ, ਪਾਇਲਟਾਂ ਦਾ ਤਕਰੀਬਨ 8 ਦੇ ਕਰੀਬ ਸਟਾਫ ਆ, ਜਿਹਦੇ ਵਿੱਚ ਪਾਇਲਟ ਵੀ ਹੈ, ਸ਼ਾਇਦ ਦੂਜੇ ਬੰਦੇ ਵੀ ਹੈ, ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆ ਗਈ ਹੈ। ਕੱਲ ਮੈਂ ਇੰਟਰਨੈਟ ਦੇ ਉੱਤੇ ਖਬਰ ਪੜ੍ਹ ਰਿਹਾ ਸੀ ਕਿ ਜਿਹੜੇ ਕਈ ਪਾਇਲਟਾਂ ਨੇ ਪੀਜ਼ਾ ਡਿਲੀਵਰੀ ਦੇ ਕੰਮ ਸ਼ੁਰੂ ਕਰ ਦਿੱਤੇ ਨੇ। ਜੇ ਪਾਇਲਟ ਜਿਨ੍ਹਾਂ ਦੀਆਂ ਲੱਖਾਂ ਦੇ ਵਿੱਚ ਤਨਖਾਹਾਂ ਹੈਗੀਆਂ ਨੇ, ਜੇ ਉਹ ਇਸ ਤਰ੍ਹਾਂ ਦੇ ਕਿਰਤ ਵਾਲੇ ਪਾਸੇ ਨੂੰ ਜਾ ਰਹੇ ਨੇ, ਤਾਂ ਮੈਂ ਸਮਝਦਾ ਕਿ ਦੂਜਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਭਵਿੱਖ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ। ਦੇਸ਼ ਦੇ ਹੁਕਮਰਾਨਾਂ ਨੇ ਸਾਨੂੰ ਕੱਖ ਨਹੀਂ ਦੇਣਾ, ਸਾਨੂੰ ਆਪਦੇ ਕੰਮ ਆਪ ਕਰੇ ਪੈਣਗੇ। ਸਾਨੂੰ ਹਰ ਘਰ ਦੇ ਵਿੱਚ ਇਤਿਹਾਤ, ਕਿਰਤ, ਖਰਚੇ ਘਟਾਉਣੇ ਪੈਣਗੇ। ਜਿਹੜਾ ਅਸੀਂ ਪਹਿਲਾਂ ਵਿਆਹਾਂ ਦੇ ਵਿੱਚ ਇੱਕ ਘਰ ਦੇ ਵਿੱਚੋਂ ਜੇ 5 ਬੰਦੇ ਵਿਆਹ ਚੱਲੇ ਨੇ ਤਾਂ ਘੱਟੋ ਘੱਟ 3 ਕਾਰਾਂ ਚੱਲੀਆਂ ਨੇ ਨਾਲ। ਸਾਨੂੰ ਮੁੜ ਕੇ ਜੇ ਅਸੀਂ ਆਪਣੇ ਆਪ ਨੂੰ ਪੈਰਾਂ ਤੇ ਕਰਨਾ ਹੈ ਤਾਂ ਸਾਨੂੰ ਆਪਦੇ ਨਿਯਮਾਂ, ਆਪਦੇ ਰਹਿਣ ਸਹਿਣ ਦੇ ਵਿੱਚ ਬਦਲਾਅ ਕਰਨਾ ਪਵੇਗਾ। ਜੇ ਅਸੀਂ ਬਦਲਾਅ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਮੁਸ਼ਕਲ ਭਰਿਆ ਆ ਰਿਹਾ ਹੈ, ਇਹ ਸਾਡੇ ਸਭ ਦੇ ਸਾਹਮਣੇ ਹੈ। ਇਹੋ ਜਿਹੇ ਸਮੇਂ ਦੇ ਵਿੱਚ ਸਾਨੂੰ ਉਹਨਾਂ ਲੋਕਾਂ ਦੀ ਮਦਦ ਕਰਨੀ ਪਵੇਗੀ ਜਿਹੜੇ ਲੋਕ ਵਿਚਾਰੇ ਅਜੇ ਪਹੁੰਚ ਤੋਂ ਬਾਹਰ ਹੈਗੇ। ਜੀ, ਸਾਡੇ ਨਾਲ ਇੱਥੇ ਕਾਲਰ ਜੁੜ ਗਏ ਨੇ, ਸਵਾਗਤ ਹੈ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ ਹੈਲੋ, ਮਾਫ ਕਰਨਾ, ਸਾਨੂੰ ਇਹ ਕਾਲ ਕੱਟਣੀ ਪਏਗੀ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਪਿੱਛੋਂ ਟੀਵੀ ਦੀ ਆਵਾਜ਼ ਜਿਹੜੀ ਹੈ ਉਹਦੇ ਕਰਕੇ ਥੋੜੀ ਦਿੱਕਤ ਆਉਂਦੀ ਹੈ। ਅਗਲੀ ਕਾਲ ਲਵਾਂਗੇ। ਇੱਕ ਹੋਰ ਕਾਲਰ ਜੁੜ ਗਏ ਨੇ, ਸਵਾਗਤ ਹੈ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ,
ਸਾਡੀ ਗੱਲਬਾਤ ਜਾਰੀ ਹੈ। ਅਸੀਂ ਦਰਸ਼ਕਾਂ ਨੂੰ ਵਾਰ-ਵਾਰ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਟੀਵੀ ਦੀ ਆਵਾਜ਼ ਜਿਹੜੀ ਡਾਊਨ ਰੱਖਿਆ ਕਰੋ ਤਾਂ ਕਿ ਤੁਹਾਡੀ ਗੱਲ ਸਾਡੇ ਤੱਕ ਪਹੁੰਚ ਸਕੇ, ਕੋਈ ਦਿੱਕਤ ਨਾ ਆਵੇ ਗੱਲਬਾਤ ਚੱਲਦੀ ਦੇ ਵਿੱਚ। ਢਿੱਲੋਂ ਸਾਹਿਬ, ਅਸੀਂ ਹੁਣ ਗੱਲ ਕਰੀਏ ਕਿ ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਅੱਜ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਜਾ ਰਹੇ ਨੇ, ਉਹਦੇ ਵਿੱਚ ਕੀ ਕੁਝ ਲੱਗਦਾ ਹੈ ਕਿ ਕੁਝ ਕੋਈ ਅੱਗੇ ਰਿਆਇਤਾਂ ਮਿਲ ਸਕਦੀਆਂ ਹੋਰ ਵੀ? ਦੇਖੋ, ਜਿਸ ਤਰੀਕੇ ਦੇ ਨਾਲ ਮਤਲਬ ਸੂਚਨਾਵਾਂ ਆ ਰਹੀਆਂ ਨੇ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ, ਪੰਜਾਬ ਸਰਕਾਰ ਨੇ ਵੀ, ਕੇਂਦਰ ਸਰਕਾਰ ਨੇ ਵੀ ਇੱਕ ਤਾਂ ਮਨ ਬਣਾ ਲਿਆ, ਲੱਗਦਾ ਮੈਨੂੰ ਕਿ ਕੁਝ ਇਤਿਹਾਤਾਂ ਦੇ ਨਾਲ ਮਤਲਬ ਇਹ ਲੀਹੋਂ ਲੱਥੀ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਲਈ ਕੁਝ ਕਦਮ ਚੱਕਣੇ ਪੈਣਗੇ, ਜਿਹਦੇ ਤਹਿਤ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਮੁੱਖ ਮੰਤਰੀਆਂ ਨਾਲ ਗੱਲ ਕਰਨੀ ਹੈ। ਪਿਛਲੇ ਸਮੇਂ ਦੇ ਵਿੱਚ ਸਾਰੇ ਮੁੱਖ ਮੰਤਰੀ ਇਹੀ ਗੱਲ ਕਹਿੰਦੇ ਸੀ ਕਿ ਜੀ ਲਾਕਡਾਊਨ ਕਰ ਦਿਓ, ਲਾਕਡਾਊਨ ਕਰ ਦਿਓ, ਜੀ ਤੋਂ ਸਪਸ਼ਟ ਹੈ ਕਿ ਉਹ ਆਪਣੇ ਸਿਰ ਤੇ ਕੁਝ ਵੀ ਲੈਣ ਨੂੰ ਤਿਆਰ ਨਹੀਂ ਸੀਗੇ। ਹੁਣ ਇਹ ਕਿਹਾ ਗਿਆ ਕਿ ਕੱਲ੍ਹ ਤੋਂ ਬੱਸਾਂ, ਹਵਾਈ ਉਡਾਨਾਂ, ਰੇਲ ਮੁਸਾਫਰ ਹੈ ਜਿਹੜੀਆਂ ਰੇਲ ਗੱਡੀਆਂ ਨੇ, ਪੈਸੰਜਰ ਰੇਲ ਗੱਡੀਆਂ ਜਾਂ ਦੂਜੀਆਂ ਨੇ, ਉਹ ਚੱਲਣਗੀਆਂ, ਲੇਕਿਨ ਉਹਨਾਂ ਦੇ ਵਿੱਚ ਜਿਹੜੀ ਸਰੀਰਕ ਦੂਰੀ ਹੈ ਇਸ ਦਾ ਨਿਯਮ ਲਾਗੂ ਕੀਤਾ ਜਾਵੇਗਾ। ਚੰਗੀ ਗੱਲ ਹੈ। ਮਤਲਬ ਜੇ ਅਸੀਂ ਹੌਲੀ ਹੌਲੀ, ਪਹਿਲਾਂ ਤਜਰਬੇ ਦੇ ਤੌਰ ਤੇ ਪਤਾ ਲੱਗਿਆ ਕਿ 500 ਗੱਡੀਆਂ ਜਿਹੜੀਆਂ ਹੈਗੀਆਂ ਨੇ ਉਹ ਦੇਸ਼ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਚਲਾਈਆਂ ਜਾਣਗੀਆਂ। ਜੇ ਇਹ ਤਜਰਬਾ ਸਫਲ ਹੋਇਆ, ਮੈਂ ਇਸ ਮਾਧਿਅਮ ਦੇ ਰਾਹੀਂ ਸਾਡੇ ਲੋਕਾਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਸਾਥ ਨਾ ਦਿੱਤਾ, ਉਸੇ ਤਰ੍ਹਾਂ ਜਿਵੇਂ 23 ਮਾਰਚ ਨੂੰ ਧਮੱਚੜ ਪਾਇਆ ਹੈ, ਜਾਂ ਤੁਸੀਂ 5 ਅਪ੍ਰੈਲ ਨੂੰ 6 ਅਪ੍ਰੈਲ ਨੂੰ ਜਿਹੜਾ ਕੰਮ ਕੀਤਾ ਉਹ ਕੁਝ ਕੀਤਾ, ਤਾਂ ਦੋਸਤੋ ਤੁਹਾਡੇ ਨਾਲ ਫਿਰ ਇਹ ਜਿਹੜੀਆਂ ਰੇਤਾਂ ਵਾਪਸ ਲਈਆਂ ਜਾ ਸਕਦੀਆਂ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਘਰਾਂ ਚੋਂ ਨਿਕਲ ਕੇ ਕੰਮਕਾਰ ਵਾਲੇ ਪਾਸੇ ਨੂੰ ਤੁਰ ਗਏ, ਇਹ ਸਾਰੀ ਪਟੜਿਓਂ ਲੱਥੀ ਗੱਡੀ ਨੂੰ, ਪਿਛਲੀਆਂ ਆਦਤਾਂ ਛੱਡਣੀਆਂ ਪੈਣਗੀਆਂ, ਤਾਂ ਹੀ ਅਗਲੀਆਂ ਕੋਈ ਨਵੀਆਂ ਆਦਤਾਂ ਅਪਣਾਉਣਗੇ, ਤਾਂ ਹੀ ਸੁਧਾਰ ਹੋ ਸਕਦਾ। ਪਰ ਸਾਡੇ ਤਾਂ ਕਹਾਵਤ ਉਹ ਹੁੰਦੀ ਆ ਕਿ ਬਾਰਿਸ਼ਾਂ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਜੀ। ਮਤਲਬ ਜੇ ਤੁਸੀਂ ਆਦਤਾਂ ਦੇ ਵਿੱਚ ਬਦਲਾਅ ਨਾ ਕੀਤਾ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪੈ ਸਕਦਾ ਹੈ, ਹੋਰ ਲੋਕਡਾਊਨ ਦੇ ਵਿੱਚ ਬੈਠਣਾ ਪੈ ਸਕਦਾ ਹੈ। ਜੇ ਲੀਹ ਜਿਹੜੀ ਗੱਡੀ ਲਏਗੀ ਲੀਹ ਤੋਂ, ਉਹ ਲੀਹ ਤੇ ਆਏਗੀ ਤਾਂ ਹੀ ਦੇਸ਼ ਚੱਲੇਗਾ, ਰਾਜ ਚੱਲਣਗੇ, ਵਿਸ਼ਵ ਪੱਧਰ ਦੇ ਉੱਤੇ ਸਾਰਾ ਸਿਸਟਮ ਚੱਲੇਗਾ। ਨਹੀਂ ਘਰਾਂ ਦੇ ਵਿੱਚ ਬੈਠ ਕੇ, ਇਹ ਆਪਾਂ ਭਾਰਤ ਦੀ ਗੱਲ ਕਰ ਲਈਏ, 1 ਅਰਬ 35 ਕਰੋੜ ਮੁਲਕ ਨੂੰ ਕਿੰਨੇ ਕੁ ਚਿਰ ਖਵਾਇਆ ਜਾ ਸਕਦਾ ਹੈਗਾ। ਸਾਡੇ ਦਾ ਸਿਸਟਮ ਇਹ ਹੈਗਾ ਕਿ ਜਦੋਂ ਇਸ ਤਰ੍ਹਾਂ ਦੀ ਸੁਖਵਿੰਦਰ ਕੋਈ ਸਥਿਤੀ ਬਣਦੀ ਹੈ, ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ, ਉਹਦਾ ਨਾਂ ਹੀ ਚੇਂਜ ਕਰਤਾ, ਮੁੱਖ ਮੰਤਰੀ ਰਾਹਤ ਕੋਸ਼ ਫੰਡ, ਜਦ ਕਿ ਰਿਜ਼ਰਵ ਬੈਂਕ ਦੇ ਜਿਹੜੇ ਰਿਜ਼ਰਵ ਪੈਸੇ ਹੁੰਦੇ ਨੇ ਉਹ ਵੀ ਅਸੀਂ ਕੱਢ ਕੇ ਸ਼ਕਲੇ ਨੀਤੀਆਂ ਸਰਮਾਏਦਾਰਾਂ ਵਾਸਤੇ, ਆਮ ਲੋਕਾਂ ਵਾਸਤੇ ਉਹਨੂੰ ਸ਼ਫਲ ਨਹੀਂ ਕੀਤਾ ਜਾਂਦਾ। ਤੁਸੀਂ ਦੇਖੋ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਅਜੇ 3.5% ਲੋਕ ਨੇ ਜਿਹੜੇ ਆਮਦਨ ਕਰ ਅਦਾ ਕਰਦੇ ਨੇ। ਇਹ 3.5% ਮਾੜਾ ਮੋਟਾ ਅੰਕੜਾ ਇੱਧਰ ਉੱਧਰ ਹੋਵੇਗਾ, ਆਪਾਂ 4 ਵੀ ਮੰਨ ਲਈਏ ਤਾਂ ਵੀ ਇਹ 5-7 ਕਰੋੜ ਹੀ ਬਣਦੇ ਨੇ। ਜਿਹੜਾ ਬਾਕੀ ਮੁਲਕ ਹੈ ਉਹ ਕੋਈ ਟੈਕਸ ਨਹੀਂ ਭਰਦਾ। ਸਾਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਕਿ ਟੈਕਸ ਦੀ ਚੋਰੀ ਕਿਵੇਂ ਕਰਨੀ ਹੈ। ਜਿਵੇਂ ਆਪਣੇ ਕੁਲਾਰ ਸਾਹਿਬ ਜਾਂ ਹੋਰ ਜਿਹੜੇ ਅਗਾਂਹ ਵਧੂ ਸੋਚ ਵਾਲੇ ਵਿਅਕਤੀ ਨੇ, ਜਿਨ੍ਹਾਂ ਮੁਲਕਾਂ ਦੇ ਵਿੱਚ ਬੈਠੇ ਨੇ, ਉੱਥੋਂ ਦੀ ਗੱਲ ਕਰਦੇ ਨੇ, ਉੱਥੇ 90-95 ਅਵਲ 100% ਲੋਕ ਟੈਕਸ ਅਦਾ ਕਰਦੇ ਨੇ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ। ਕਾਨੂੰਨ ਸਾਰਿਆਂ ਵਾਸਤੇ ਇੱਕ ਆ, ਭਾਵੇਂ ਪ੍ਰਧਾਨ ਮੰਤਰੀ ਹੋਵੇ, ਭਾਵੇਂ ਪੈਦਲ ਚੱਲਣ ਵਾਲਾ ਇੱਕ ਮਜ਼ਦੂਰ ਹੋਵੇ। ਇੱਥੇ ਕਾਨੂੰਨ ਪੈਰ ਤੇ ਬਦਲੇ ਜਾਂਦੇ ਨੇ। ਤੁਸੀਂ ਲੰਘੋ, ਤੁਹਾਡੇ ਵਾਸਤੇ ਹੋਰ ਕਾਨੂੰਨ ਹੈ। ਜੇ ਕੋਈ ਝੰਡੀ ਵਾਲਾ ਆ ਗਿਆ, ਉਹਦੇ ਵਾਸਤੇ ਫਿਰ ਲਾਈਟਾਂ ਵੀ ਸਾਰੀਆਂ ਰੈੱਡ ਖਤਮ ਹੋ ਜਾਂਦੀਆਂ ਨੇ। ਦੂਜਾ ਸੁਪਰ VVIP ਕਲਚਰ ਜਿਹੜਾ ਸਭ ਤੋਂ ਵੱਧ ਭਾਰਤ ਦੇ ਵਿੱਚ ਹੈਗਾ, ਉਹਨਾਂ ਤੇ ਕਿੰਨਾ ਖਰਚਾ ਹੋ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਕੋਈ ਗੋਲੀ ਨਹੀਂ ਵੱਜਦੀ ਹੈਗੀ, ਉਹ ਲੋਕਾਂ ਦੇ ਵਿੱਚੋਂ ਹੀ ਨੇ। ਜਦੋਂ ਉਹ VVIP ਬਣ ਜਾਂਦੇ ਨੇ, ਫਿਰ ਉਹਨਾਂ ਦੇ ਨਾਲ 100-100, 200-200, 400-400 ਮੁਲਾਜ਼ਮ। ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਵੀ 10 ਕੁ ਪਰਿਵਾਰਾਂ ਦੇ ਉੱਤੇ ਹੀ 5-4 ਹਜ਼ਾਰ ਜਿਹੜਾ ਹੈਗਾ ਸੁਰੱਖਿਆ ਮੁਲਾਜ਼ਮ ਲੱਗਿਆ ਹੋਇਆ ਹੈਗਾ। ਉਹਨਾਂ ਦਾ ਜਿਹੜਾ ਤਨਖਾਹਾਂ, ਗੱਡੀਆਂ ਦੇ ਖਰਚੇ, ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਤੁਸੀਂ ਲੋਕਾਂ ਤੋਂ ਉਹ ਕਰਦੇ ਹੋ, ਇਹਨਾਂ ਖਰਚਿਆਂ ਦੇ ਵਿੱਚ ਕਟੌਤੀ ਕਰੋ। ਇਹਨਾਂ ਜਿਹੜੇ ਕਰੋੜਾਂ OSD ਦੂਜੇ ਤੀਜੇ ਲਾਏ ਨੇ, ਉਹਨਾਂ ਨੂੰ ਕਟੌਤੀ ਕਰਕੇ ਲਓ। ਲੋਕਾਂ ਦੀਆਂ ਤਨਖਾਹਾਂ ਜਿਹੜੀਆਂ ਇਸ ਵੇਲੇ ਹਰ ਅਦਾਰੇ ਨੇ ਆਪਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕੀਤੀ ਹੈ, ਉਹਨਾਂ ਦੀ ਗਿਣਤੀ ਘਟਾਈ ਹੈ। ਤਾਂ ਮੈਂ ਕਹਿੰਦਾ ਔਖਾ ਸਮਾਂ, ਔਖੇ ਸਮੇਂ ਦੇ ਵਿੱਚ ਇੱਕ ਦੂਜੇ ਨੂੰ ਰਲ ਕੇ ਸਾਥ ਦੇਣਾ ਚਾਹੀਦਾ ਹੈ। ਮੁਲਾਜ਼ਮਾਂ ਨੂੰ ਵੀ ਮੈਨੇਜਮੈਂਟਾਂ ਦਾ ਸਾਥ ਦੇਣਾ ਚਾਹੀਦਾ ਹੈ, ਤੇ ਮੈਨੇਜਮੈਂਟਾਂ ਨੂੰ ਵੀ ਭਰੋਸੇ ਦੇਣੇ ਚਾਹੀਦੇ ਹੈ ਕਿ ਤੁਹਾਡਾ ਭਵਿੱਖ ਖਰਾਬ ਨਹੀਂ ਹੁੰਦਾ। ਜਦੋਂ ਗੱਡੀ ਲੀਹੇ ਆ ਗਈ, ਤੁਹਾਨੂੰ ਅਸੀਂ ਫੇਰ ਆਪਦੇ ਨਾਲ ਜੋੜਾਂਗੇ। ਸੋ ਸਾਰੇ ਤੌਰ ਦੇ ਉੱਤੇ ਇੱਕ ਸਰਕਾਰੀ ਮੁਲਾਜ਼ਮ ਹੈ,
ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੀ ਕਟੌਤੀ ਦੀ ਗੱਲ ਕਰੋ ਤਾਂ ਦੇ ਨਾਲ ਰੌਲਾ ਪਾ ਲੈਂਦੇ ਨੇ। ਜਿਹੜਾ ਬੰਦਾ 1.5 ਲੱਖ ਰੁਪਇਆ ਲੈਂਦਾ, ਕਦੇ ਤੁਸੀਂ ਉਹਨਾਂ ਬਾਰੇ ਸੋਚਿਆ? ਜਿਹੜੇ ਕਈ ਫਾਰਮਾਸਿਸਟ ਨੇ, ਸਰਕਾਰੀ ਫਾਰਮਾਸਿਸਟ ਤਨਖਾਹ ਲੈਂਦਾ 60,000 65,000, ਦੂਜਾ ਲੈਂਦਾ 8 ਤੋਂ 10,000। ਜੇ ਕੰਮ ਉਹੀ ਕਰਦਾ, ਉਨਾ ਹੀ ਕੰਮ ਕਰਦਾ ਹੈਗਾ। ਇਹਨਾਂ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਗਲਤ ਨੇ। ਉਹਨਾਂ ਨੂੰ ਜੇ ਲੋਕ ਹਿੱਤ ਨੀਤੀ ਬਣਾਉਣਾ ਹੈ ਤਾਂ ਲੋਕਾਂ ਦੀਆਂ ਨੀਤੀਆਂ ਮੁਤਾਬਕ ਬਣਾਉਣਾ ਪਊਗਾ, ਤਾਂ ਹੀ ਔਰ ਲੋਕਾਂ ਨੂੰ ਵਿਸ਼ਵਾਸ ਦੇਣਾ ਪਊਗਾ। ਜੀ ਢਿੱਲੋਂ ਸਾਹਿਬ, ਨੀਤੀ ਦੀ ਗੱਲ ਵੀ ਕਰਾਂਗੇ ਕਿਉਂਕਿ ਕੱਲ ਸ਼ਰਾਬ ਨੀਤੀ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਪਿਆ ਪੰਜਾਬ ਕੈਬਨਿਟ ਦੇ ਵਿੱਚ, ਅੱਜ ਫੇਰ ਕੈਬਨਿਟ ਦੀ ਬੈਠਕ ਹੈ, ਜਿਹੜਾ ਪਿੱਛੇ ਜੇ ਰੌਲਾ ਪਿਆ ਉਹਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ। ਸਾਡੇ ਨਾਲ ਕਾਲਰ ਜੁੜ ਗਏ ਨੇ, ਗੱਲਬਾਤ ਕਰਦੇ ਹਾਂ ਜੀ। ਸਵਾਗਤ ਹੈ, ਕੀ ਨਾਮ ਹੈ, ਕਿੱਥੋਂ ਬੋਲ ਰਹੇ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਆਪਾਂ ਨਾ ਢਿੱਲੋਂ ਸਾਹਿਬ ਨੂੰ ਇੱਕ ਬੇਨਤੀ ਕਰਨੀ ਆ ਵੀ ਦੇਖੋ, ਕੁਦਰਤ ਨੇ ਨਾ ਹਜ਼ਾਰਾਂ ਸਾਲਾਂ 'ਚ ਪਾਣੀ ਦਾ ਭੰਡਾਰ ਬਣਾਇਆ ਸੀ, ਅਸੀਂ ਝੋਨਾ ਲਾ ਕੇ ਨਾ 17 ਸਾਲਾਂ 'ਚ ਖਤਮ ਕਰਤਾ। ਤੇ ਦੇਖੋ, ਜੇ ਪਾਣੀ ਨਹੀਂ ਹੋਊਗਾ ਤੇ ਆਪਾਂ ਕਿੱਧਰ ਨੂੰ ਜਾਵਾਂਗੇ, ਕਿਉਂਕਿ ਦਰਿਆ ਆਪਣੇ ਹੋ ਗਏ ਸਾਰੇ ਗੰਦੇ। ਦੇਖੋ, ਇੱਕ ਬੇਨਤੀ ਮੇਰੀ ਹੋਰ ਸੁਣੋ ਵੀ ਪਿਛਲੇ 40 ਸਾਲਾਂ ਤੋਂ ਟ੍ਰੀਟਮੈਂਟ ਪਲਾਂਟਾਂ ਦੇ ਨਾਂ ਤੇ ਅਰਬਾਂ ਰੁਪਈਆ ਖਾ ਗਏ, ਇੱਕ ਵੀ ਟ੍ਰੀਟਮੈਂਟ ਪਲਾਂਟ ਨਹੀਂ ਚੱਲਿਆ। ਲੁਧਿਆਣੇ ਦੀ ਆਬਾਦੀ 50 ਲੱਖ ਦੀ ਆ, 50 ਲੱਖ ਲੋਕਾਂ ਦੀ ਲੈਟਰਿਨ ਦਰਿਆ 'ਚ ਪੈਂਦੀਆਂ ਨੇ। ਤੇ ਜੇ ਦੇਖੋ ਨਾ, ਜੇ ਪਾਣੀ ਥੱਲੇ ਆਪਾਂ ਮੁਕਾ ਲਿਆ ਤੇ ਫਿਰ ਤਾਂ ਜਮਾਂ ਹੀ ਕੰਮ ਖਰਾਬ ਹੋ ਜੂਗਾ। ਦਰਿਆ ਗੰਦੇ ਹੋ ਗਏ ਤੇ ਬਾਕੀ ਜਿੱਥੋਂ ਦਰਿਆ ਨਿਕਲਦੇ ਆ ਉਹ ਗਲੇਸ਼ੀਅਰ ਵੀ ਖਤਮ ਹੋਣ ਦੇ ਕਿਨਾਰੇ ਆ। ਤੇ ਇਸ ਕਰਕੇ ਢਿੱਲੋਂ ਸਾਹਿਬ ਇੰਨੇ ਸਿਆਣੇ ਬੰਦੇ ਆ, ਝੋਨੇ ਦੀ ਵਕਾਲਤ ਨਾ ਕਰੋ, ਝੋਨਾ ਦਾ ਬੰਦ ਕਰਨਾ ਪੈਣਾ ਜੀ ਆਪਾਂ ਨੂੰ, ਤਾਂ ਬਚਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ, ਸਵਾਗਤ ਹੈ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਜੀ ਵੀਰੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਗੁਰਚਰਨ ਸਿੰਘ ਬੋਲ ਰਿਹਾ ਇੱਥੋਂ ਟੋਰਾਂਟੋ ਕੈਨੇਡਾ ਤੋਂ। ਜੀ ਗੁਰਚਰਨ ਸਿੰਘ ਜੀ, ਸਵਾਗਤ ਹੈ। ਮੇਰਾ ਭਾਈ ਸਾਹਿਬ ਕੁਐਸਚਨ ਇਹ ਸੀਗਾ, ਆਪਣੇ ਕੱਲ ਦੀ ਨਿਊਜ਼ ਆ ਰਹੀ ਆ ਬਈ ਸੈਣੀ ਸਾਹਿਬ ਦੇ ਉੱਤੇ ਕੋਈ ਉਹਨਾਂ ਨੇ ਪਰਚਾ ਕੀਤਾ ਹੈਗਾ ਜੀ, ਤੇ ਇਹ ਦੌੜਿਆ ਕਿਉਂ ਹੈਗਾ? ਉਹ ਕਹਿੰਦਾ ਮੈਂ ਜੋ ਅੱਗੇ ਜਿੰਨੇ ਮੁੰਡੇ ਮਰੇ ਆ ਤੇ ਅਸੀਂ ਲਾਜ ਰਹਿ ਕੇ ਸਾਰਾ ਕੁਝ ਕੀਤਾ, ਹੁਣ ਇਹਦੇ ਬਾਰੇ ਵੀ ਤਾਂ ਸੇਮ ਕੋਟਾਂ ਹੀ ਹੈਗੀਆਂ, ਤੇ ਇਹ ਦੌੜਿਆ ਕਾਹਤੋਂ ਹੁਣ? ਕਾਨੂੰਨੀ ਚਾਰਾਜੋਈ ਤਾਂ ਕਰਨੀ ਪੈਂਦੀ ਹੈ ਨਾ ਜੀ, ਹੱਥ ਪੈਰ ਮਾਰਨੇ ਪੈਂਦੇ ਨੇ। ਹਾਲਾਂਕਿ ਬਾਅਦ ਵਿੱਚ ਕੀ ਬਣਦਾ ਉਹ ਤਾਂ ਜਾਂਚ ਤੋਂ ਬਾਅਦ ਸਾਹਮਣੇ ਆਉਂਦਾ। ਦੂਸਰੇ ਢਿੱਲੋਂ ਸਾਹਿਬ ਕਹਿੰਦੇ ਹੈਗੇ ਵੀ ਟਰੰਪ ਨੇ ਉੱਥੇ ਦਰਖਤਾਂ ਨੂੰ ਬਹਿਤਰੀ ਲਾਏ ਹੈਗੇ, ਪਰ ਮਤਲਬ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਜੋ ਮਿਹਨਤ ਅਸੀਂ ਇੱਥੇ ਕਰਦੇ ਹਾਂ ਨਾ ਉਹਦਾ ਮੁੱਲ ਨਹੀਂ ਮਿਲਦਾ ਹੈਗਾ। ਇੱਥੇ ਮੁੱਲ ਬੜੀ ਕੀਮਤੀ ਤਾਂ ਬੜਾ ਵਧੀਆ ਮਿਲਦਾ ਹੈਗਾ। ਬਿਲਕੁਲ ਹਾਂਜੀ ਜੀ, ਇਸ ਬਿਲਕੁਲ। ਗੱਲ ਕਰਕੇ ਤੁਸੀਂ ਰੋਕੋ ਨਾ, ਜਿਹੜਾ ਕੋਈ ਆਈਲੈਂਡ ਕਰਕੇ ਆ ਰਿਹਾ ਅਮਰੀਕਾ ਕੈਨੇਡਾ ਨੂੰ, ਜਦ ਸਾਡੇ ਪੈਣੇ ਹੀ ਛਿੱਤਰ ਆ ਇੱਥੇ, ਰਾਈਟ? ਮੁੰਡੇ ਚੱਕ ਕੇ ਕਿੰਨੇ ਮਾਰ ਦਿੱਤੇ ਆ ਜਿਨ੍ਹਾਂ ਦੇ ਮਾਂ ਪਿਓ ਜੇ ਲੱਭਣ ਡਏ ਉਹ 1980 ਤੋਂ ਲਾ ਕੇ ਹੁਣ ਤੱਕ। ਮੈਨੂੰ ਦੱਸੋ, ਕੌਣ ਇਸ ਕੰਟਰੀ ਨੂੰ ਲਾਈਕ ਕਰੂਗਾ? ਕੌਣ ਇਸ ਕੰਟਰੀ ਦੇ ਵਿੱਚ ਰਹੂਗਾ? ਜੀ ਸ਼ੁਕਰੀਆ, ਧੰਨਵਾਦ। ਨਾਲੋਂ ਨਕੰਮਾ ਸਿਸਟਮ ਇਸ ਕੰਟਰੀ ਦਾ ਆ। ਨਾ ਕਿਸੇ ਦੀ ਕੋਈ ਰੈਗੂਲੇਸ਼ਨ ਲਾ ਤਾਂ ਹੋਣਾ ਚਾਹੀਦਾ ਨਾ ਯਾਰ। ਕਿਸੇ ਨੇ ਕਤਲ ਕੀਤਾ ਉਹਨੂੰ ਚੱਕ ਕੇ ਅੰਦਰ ਦੇਖੋ, ਕੋਈ ਜਿਹੜਾ ਸਿਸਟਮ ਹੈਗਾ ਉਹ ਸਿਸਟਮ ਦੇ ਵਿੱਚ ਵੀ ਉਹਨੂੰ ਸਜ਼ਾ ਦੇਣਾ। ਜੀ ਜੀ ਸ਼ੁਕਰੀਆ, ਧੰਨਵਾਦ। ਗੱਲ ਤਾਂ ਸਾਰੀ ਉਹੀ ਹੈ ਕਿ ਗੁੰਡਾਗਰਦੀ ਨੂੰ ਮੈਂ ਪਹਿਲਾਂ ਕਹਿ ਚੁੱਕਿਆ ਕਿ ਕਾਨੂੰਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਸੁਖਵਿੰਦਰ ਫਰਕ ਹੈਗਾ, ਆਪਾਂ ਕਹਿ ਚੁੱਕੇ ਹਾਂ। ਇੱਕ ਗੱਲ ਦੇ ਵਿੱਚ ਜਿਹੜੇ ਪਹਿਲੇ ਕਾਲਰਾਂ ਵਾ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਝੋਨੇ ਦੀ ਵਕਾਲਤ ਨਹੀਂ ਕਰਦੇ। ਝੋਨੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਸੀਂ ਤਾਂ ਇਹ ਕਹਿ ਰਹੇ ਕਿ ਸਿੱਧੀ ਬਿਜਾਈ ਕਰੋ, ਜਿੱਥੇ ਪਾਣੀ 40% ਬਚਦਾ ਹੈਗਾ ਉਸ ਪਾਸੇ ਵੱਲ। ਮੈਂ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਜਲਦੀ ਇੱਕ ਸਪੈਸ਼ਲ ਜਿਹੜਾ ਝੋਨੇ ਦੀ ਫਸਲ ਨੂੰ ਲਿਆ ਕੇ ਕਰ ਰਹੇ ਹਾਂ, ਉਹ ਤੁਹਾਨੂੰ ਭਵਿੱਖ ਦੇ ਵਿੱਚ ਦੱਸਾਂਗੇ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਕਾਨੂੰਨਾਂ ਦੇ ਵਿੱਚ ਫਰਕ ਹੈਗਾ, ਜਿਹੜੇ ਸਾਡੇ ਕਾਲਰਾਂ ਨੇ ਗੱਲਬਾਤ ਕੀਤੀਆਂ ਨੇ। ਪਾਣੀ ਜਿਹੜਾ ਹੈਗਾ ਅਸੀਂ ਉਹਨੂੰ ਸਾਰੇ ਤੋਂ ਵੱਧ ਪਲੀਤ ਕਰਤਾ। ਧਰਤੀ, ਗੁਰੂ ਸਾਹਿਬ ਨੇ ਕਿਹਾ ਸੀ ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤ ਮਾਤ। ਅਸੀਂ ਤਿੰਨਾਂ ਚੀਜ਼ਾਂ ਨੂੰ, ਵਾਤਾਵਰਨ ਅੱਜ ਦੇਖੋ ਕਿੰਨਾ ਸ਼ੁੱਧ ਹੈਗਾ। ਇਹਦਾ ਮਤਲਬ ਇਹ ਹੈਗਾ ਇਹ ਸਾਰਾ ਵਿਗਾੜ ਅਸੀਂ ਕੀਤਾ। ਜਿਹੜਾ ਪਾਣੀ ਧਰਤੀ ਦੇ ਹੇਠਲਾ ਉਹ ਵਿਗਾੜਤਾ, ਨਹਿਰਾਂ 'ਚ ਜਾਂਦਾ ਉਹ ਵਿਗਾੜਤਾ। ਤੁਸੀਂ ਭਾਖੜਾ ਦਾ ਨੰਗਲ ਦੇ ਕੋਲੋਂ ਪਾਣੀ ਦਾ TDS ਚੈੱਕ ਕਰ ਲਓ, ਮੁੜ ਕੇ ਪਟਿਆਲੇ ਆ ਕੇ ਚੈੱਕ ਕਰ ਲਓ, ਜਾਂ ਖਨੌਰੀ ਜਾ ਕੇ ਚੈੱਕ ਕਰ ਲਿਓ। ਇਹਦੇ ਵਿੱਚ ਕਿੰਨੇ ਲੋਕ ਪਾਣੀ ਪੀਂਦੇ ਨੇ, ਉਹ ਸਾਰਾ ਦਾ ਸਾਰਾ ਪਾਣੀ ਅਸੀਂ ਬਰਬਾਦ ਕਰਤਾ। ਹੁਣ ਸਾਡੇ ਕੋਲ ਸਮਾਂ ਥੋੜ੍ਹਾ ਬਚਿਆ। ਸੁਖਵਿੰਦਰ, ਮੇਰਾ ਖਿਆਲ ਹੈ ਵੀ ਆਪਾਂ ਜਿਹੜੀ ਅਸੀਂ ਮੁੱਖ ਸਕੱਤਰ ਵਾਲੇ ਜਿਹੜਾ ਰੌਲਾ ਰੱਪਾ ਮੰਤਰੀਆਂ ਨਾਲ ਪਿਆ ਉਹਦੇ ਉੱਤੇ ਗੱਲਬਾਤ ਕਰੀਏ। ਹਰਪਾਲ ਸਿੰਘ ਜਿਹੜੇ ਚੀਮਾ ਨੇ, ਉਹਨਾਂ ਦਾ ਇਹ ਗੱਲ ਕਹਿਣੀ ਹੈ ਕਿ ਜੇ ਅਫਸਰਸ਼ਾਹੀ ਜਿਹੜੀ ਹੈ ਉਹ ਚੋਰਾਂ ਵਿੱਚ ਰਲੀ ਹੈ ਤਾਂ ਅਲੀ ਬਾਬਾ ਕੌਣ ਹੈ? ਸਿੱਧਾ ਤੌਰ ਤੇ ਜਿਹੜਾ ਆ ਉਹ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਕੱਸਿਆ ਜਾਂਦਾ। ਮੰਤਰੀ ਜਿਹੜੇ ਨੇ ਉਹ ਜਵਾਬ ਮੰਗ ਰਹੇ ਨੇ ਕਿ ਆਖਿਰਕਾਰ ਅਫਸਰਸ਼ਾਹੀ ਤੇ ਕਾਰਵਾਈ ਕਦੋਂ ਹੋਏਗੀ। ਰਵਨੀਤ ਬਿੱਟੂ ਵੀ ਵਿੱਚ ਲਪੇਟੇ ਜਾ ਰਹੇ ਨੇ। ਦੇਖੋ, ਇਹ ਸਥਿਤੀ ਨੇ ਜਿਹੜੀ ਬੜੇ ਲੰਬੇ ਸਮੇਂ ਤੋਂ ਇੱਕ ਖਿਚੜੀ ਪੱਕ ਰਹੀ ਸੀ ਕਾਂਗਰਸ ਦੇ ਅੰਦਰ ਖਾਤੇ ਦੇ ਵਿੱਚ।
ਇਹ ਕਰੋਨਾ ਮਹਾਮਾਰੀ ਆ ਗਈ, ਉਹ ਖਿਚੜੀ ਜਿਹੜੀ ਆ ਵਿੱਚੇ ਰਹਿ ਗਈ। ਨਵਜੋਤ ਸਿੱਧੂ ਹੋਰਾਂ ਦਾ ਮਾਮਲਾ ਵੀ ਚੱਲ ਰਿਹਾ ਸੀ ਕਿ ਬਹੁ ਗਿਣਤੀ ਐਮਐਲਏ ਅੰਦਰ ਖਾਤੇ ਨਵਜੋਤ ਸਿੱਧੂ ਦੇ ਨਾਲ ਚੱਲ ਰਹੇ ਨੇ। ਕੇਂਦਰ ਹਾਈ ਕਮਾਨ ਨੂੰ ਵੀ ਮਜਬੂਰ, ਕੈਪਟਨ ਸਾਹਿਬ ਜਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਵੀ ਸਵਾਲ ਲੱਗ ਰਹੇ ਸੀ। ਅੱਜ ਜਿਹੜੇ ਇਹ ਲੋਕ ਪੁੱਛਦੇ ਆ ਕਿ ਅਲੀ ਬਾਬਾ ਕੌਣ ਹੈ, ਇਹੀ ਕੈਪਟਨ ਅਮਰਿੰਦਰ ਸਿੰਘ ਜਦੋਂ ਸਾਬਕਾ ਅਕਾਲੀ ਭਾਜਪਾ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ ਨੂੰ ਅਲੀ ਬਾਬਾ ਦੱਸਿਆ ਕਰਦੇ ਸਨ। ਉਦੋਂ ਵੀ ਅਫਸਰਸ਼ਾਹੀ ਤੇ ਐਮਐਲਏ ਵਿੱਚ ਰੌਲਾ ਪੈਂਦਾ ਸੀ, ਪਰ ਉਹ ਇੱਕ ਪਰਿਵਾਰ ਦਾ ਕਬਜ਼ਾ ਹੋਣ ਕਰਕੇ ਉਹ ਘੱਟ ਨਿਕਲ ਦਿੰਦੇ ਸੀ। ਹੁਣ ਜਿਹੜੀ ਇਹ ਸਥਿਤੀ ਪੈਦਾ ਹੋਈ ਹੈ ਕਿ ਮੁੱਖ ਸਕੱਤਰ ਦੇ ਨਾਲ ਵਿੱਤ ਮੰਤਰੀ, ਕਈ ਸੀਨੀਅਰ ਮੰਤਰੀ, ਇੱਥੋਂ ਤੱਕ ਕਹਿ ਦਿੱਤਾ ਗਿਆ ਅੱਜ ਇਹ ਮੀਟਿੰਗ ਦੁਬਾਰਾ ਹੈਗੀ। ਅੱਜ ਇਹ ਮੀਟਿੰਗ ਦੁਬਾਰਾ ਹੈਗੀ ਹੈ। ਕੀ ਮੁੱਖ ਮੰਤਰੀ ਇਹਨਾਂ ਨੂੰ ਇੱਕ ਟੇਬਲ ਤੇ ਬਹਾਉਣ ਵਿੱਚ ਕਾਮਯਾਬ ਹੋਣਗੇ, ਜਾਂ ਦੇਖੋ ਜਾਂ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਜਾਂ ਤਾਂ ਮੰਤਰੀ ਆਉਣਗੇ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਵੀ ਹੈ, ਤੇ ਜਾਂ ਆਊਗਾ ਮੁੱਖ ਸਕੱਤਰ। ਜੇ ਇਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਕਿਵੇਂ ਨਜਿੱਠਦੇ ਨੇ, ਪਤਾ ਲੱਗਿਆ ਕਿ ਮੁੱਖ ਮੰਤਰੀ ਨੇ ਆ 2 ਦਿਨਾਂ ਦੇ ਵਿੱਚ ਆਪਦੇ ਮੰਤਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੁੱਖ ਸਕੱਤਰ ਨਾਲ ਵੀ ਗੱਲ ਕੀਤੀ ਹੈ, ਪਰ ਅਜੇ ਤੱਕ ਜਿਹੜੀ ਸਥਿਤੀ ਪਤਾ ਲੱਗੀ ਹੈ ਕਿ ਮੰਤਰੀ ਆਪਣੀਆਂ ਗੱਲਾਂ ਤੇ ਅੜੇ ਹੋਏ ਨੇ। ਮੁੱਖ ਮੰਤਰੀ ਸਾਹਿਬ ਨੂੰ ਆਪਦੇ ਮੰਤਰੀਆਂ ਦੇ ਰੁਤਬੇ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਔਰ ਸਾਰੀ ਅਫਸਰਸ਼ਾਹੀ ਮਾੜੀ ਨਹੀਂ, ਪਰ ਇਸ ਵੇਲੇ ਜਿਹੜੀ ਅਫਸਰਸ਼ਾਹੀ ਬੇਲਗਾਮ ਹੋਈ ਹੈ, ਇਹ ਬੇਲਗਾਮ ਉਦੋਂ ਤੋਂ ਹੋਈ ਹੈ ਜਦੋਂ ਮੁੱਖ ਮੰਤਰੀ ਸਾਹਿਬ ਨੇ ਆਪਦਾ ਸੁਰੱਖਿਆ ਅਧਿਕਾਰੀ ਵੀ ਸੇਵਾ ਮੁਕਤ, ਆਪਦੇ ਨਾਲ ਚੀਫ ਪ੍ਰਿੰਸੀਪਲ ਸੈਕਟਰੀ ਵੀ ਸੇਵਾ ਮੁਕਤ, ਇੱਥੋਂ ਤੱਕ ਕਿ ਬਹੁਤ ਸਾਰੇ ਸੇਵਾ ਮੁਕਤ ਅਧਿਕਾਰੀਆਂ ਨੂੰ ਡੀਜੀਪੀ ਰਿਟਾਇਰ ਹੋਏ ਸੁਰੇਸ਼ ਅਰੋੜਾ, ਉਹਨਾਂ ਨੂੰ ਚੇਅਰਮੈਨ ਲਾਤਾ। ਜੇ ਹੋਰ ਕਈ ਅਧਿਕਾਰੀ ਨੇ, ਇੱਕ ਏਡੀਜੀਪੀ ਹੈ ਢਿੱਲੋਂ, ਉਹਨਾਂ ਨੂੰ ਵੀ ਪੁਲਿਸ ਕਾਰਪੋਰੇਸ਼ਨ ਦੇ ਵਿੱਚ ਚੇਅਰਮੈਨ ਲਾਤਾ। ਤਾਂ ਜਿਹੜੇ ਇਹ ਲੋਕ ਨੇ ਚੁਣ ਕੇ ਆਉਂਦੇ ਨੇ, ਉਹਨਾਂ ਦੇ ਵਿੱਚ ਵਿਗਾਨਗੀ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਮੁੱਖ ਮੰਤਰੀ ਸਾਹਿਬ ਨੇ, ਜੇ ਮੁੱਖ ਮੰਤਰੀ ਨੇ, ਜਿਸ ਵੇਲੇ ਤੁਹਾਨੂੰ ਯਾਦ ਹੋਣਾ ਇਹਨਾਂ ਦੀ ਟਰਮ ਸੀ 2002 ਤੋਂ ਲੈ ਕੇ 2007 ਤੱਕ, ਉਸ ਵੇਲੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਲਗਭਗ 40 ਤੋਂ ਵੱਧ ਐਮਐਲਏ ਨੂੰ ਲੈ ਕੇ ਕਈ ਦਿਨ ਦਿੱਲੀ ਪੰਜਾਬ ਭਵਨ ਦੇ ਵਿੱਚ ਬੈਠੇ ਰਹੇ ਸਨ। ਮਤਲਬ ਉਹ ਇਹ ਕਹਿੰਦੇ ਸੀ ਕਿ ਤੁਸੀਂ ਜੇ ਮੁੱਖ ਮੰਤਰੀ ਹੋ ਤਾਂ ਐਮਐਲਏ ਦੇ ਸਿਰ ਤੇ ਹੋ। ਅੱਜ ਐਮਐਲਏ ਕਿਰਗੇ ਦੂਜੇ ਪਾਸੇ ਵੱਲ ਚਲੇ ਗਏ। ਇਸ ਵੇਲੇ ਤਕਰੀਬਨ 15-18 ਤੋਂ ਵੱਧ ਉਹਨਾਂ ਦੇ ਕੋਲ ਵਿਰੋਧੀ ਧਿਰ ਦੇ ਵਿੱਚ ਆਪ ਦੇ ਵੀ ਨੇ, ਤਾਂ ਤੁਹਾਡੀ ਕੁਰਸੀ ਵੀ ਡਾਮਾਡੋਲ ਹੋ ਸਕਦੀ ਹੈ। ਇਸ ਵੇਲੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜਿਹੜਾ ਇਹ ਪਾੜਾ ਪਿਆ ਅਫਸਰਾਂ ਤੇ ਐਮਐਲਏ ਤੇ ਮੰਤਰੀਆਂ ਦੇ ਵਿਚਕਾਰ, ਇਸ ਨੂੰ ਸੁਲਝਾਉਣ ਦਾ ਯਤਨ ਕਰਨ। ਇਹ ਲੋਕ ਇਹਨਾਂ ਤੋਂ ਚਾਹੁੰਦੇ ਨੇ ਕੋਈ ਕੰਮ ਕਰਨ। ਇਸ ਵੇਲੇ ਅਸੀਂ ਕਰੋਨਾ ਮਹਾਮਾਰੀ ਨਾਲ ਨਿਬੜ ਰਹੇ ਹਾਂ। ਸ਼ਰਾਬ ਦੀ ਪਾਲਿਸੀ ਹੈ, ਸ਼ਰਾਬ ਦੇ ਵਿੱਚ ਕੱਲ ਇਲਜ਼ਾਮ ਲੱਗ ਰਿਹਾ ਪਿਛਲੀ ਵਾਰੀ ਇਹਨਾਂ ਨੇ 6000 ਕਰੋੜ ਦਾ ਟੀਚਾ ਮਿਥਿਆ ਸੀ। ਮੈਨੂੰ ਨਹੀਂ ਲੱਗਦਾ ਕਿ ਉਹ 5200 ਕਰੋੜ ਤੋਂ ਵੱਧ ਹੋਇਆ ਹੋਵੇ। 5200 ਤੇ 6 800 ਕਰੋੜ ਦਾ ਜਿਹੜਾ ਫਰਕ ਪੈ ਗਿਆ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਅੱਜ ਠੇਕੇ ਤਾਂ ਬੰਦ ਨੇ, ਕਿਤੇ ਸ਼ਰਾਬ ਨਹੀਂ ਦਿੱਤੀ ਜਾ ਰਹੀ। ਜੇ ਅੱਜ ਵੀ ਸ਼ਰਾਬ ਸ਼ਰੇਆਮ ਲੋਕਾਂ ਤੱਕ ਪਹੁੰਚ ਰਹੀ ਹੈ, ਇਹਦਾ ਮਤਲਬ ਐਕਸਾਈਜ਼ ਨਹੀਂ ਲੱਗ ਰਹੀ। ਫੈਕਟਰੀਆਂ ਤੋਂ ਸਿੱਧੀ ਸਪਲਾਈ ਦੂਜੇ ਰਾਜਾਂ ਦੇ ਵਿੱਚੋਂ ਕਿੰਨੇ ਟਰੱਕ ਫੜੇ ਜਾਂਦੇ ਨੇ, ਉਹਨਾਂ ਤੇ ਨਿਗਾਹ ਕਿਹਨੇ ਰੱਖਣੀ ਹੈ? ਜਿਹੜੀਆਂ ਅਸੀਂ ਚੋਰ ਮੂਰੀਆਂ ਪਾਲੀਆਂ ਵੀਆਂ ਨੇ, ਆਮਦਨ ਦਾ ਸਰੋਤ ਥਾਂ ਦੇ ਉੱਤੇ ਸੁਖਵਿੰਦਰ ਪਲੱਗ ਹੋਏ ਵੇ ਨੇ, ਉਹਨਾਂ ਦੇ ਵਿੱਚ ਚੋਰ ਮੂਰੀਆਂ ਨੇ। ਸਰਕਾਰੀ ਖਜ਼ਾਨੇ ਦੇ ਵਿੱਚ ਉਹ ਚੀਜ਼ ਨਹੀਂ ਜਾ ਰਹੀ। ਤੁਹਾਨੂੰ ਯਾਦ ਹੋਣਾ ਇੱਕ ਫਿਲਮ ਨਾਇਕ ਆਈ ਸੀ, ਅਨਿਲ ਕਪੂਰ ਇੱਕ ਦਿਨ ਵਾਸਤੇ ਮੁੱਖ ਮੰਤਰੀ ਬਣਿਆ ਸੀ। ਉਹ ਜਦੋਂ ਐਮਐਲਏ ਤੇ ਉਹ ਸਾਰੇ ਇਕੱਠੇ ਬਣਦੇ ਆ, ਉਹ ਕਹਿੰਦੇ ਆ ਵੀ ਇੱਕ ਦਿਨ ਦੇ ਵਿੱਚ ਉਹਨੇ ਟੈਕਸ ਇਕੱਠਾ ਕਰਤਾ। ਉਹ ਇੱਕ ਮਿਨਿਸਟਰ ਨੂੰ ਪੁੱਛਦਾ ਕਿ ਜੇ ਇਹ ਹੁੰਦਾ ਤਾਂ ਕਿੰਨੇ ਪੈਸੇ ਇਕੱਠੇ ਹੋ ਸਕਦੇ ਸੀ? ਉਹ ਕਹਿੰਦਾ ਸਰ ਜਨਾਬ ਆਪਣੇ ਖਜ਼ਾਨੇ ਦੇ। ਬਿਲਕੁਲ, ਜਿਹੜੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਲੀਡਰ ਹੋਣ, ਇਸ ਤਰ੍ਹਾਂ ਦੇ ਹੋਣ, ਅਮੀਰ ਗਰੀਬ ਦਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੋਵੇ, ਅੱਜ ਕੀ ਸਥਿਤੀ ਪੈਦਾ ਹੁੰਦੀ ਹੈ, ਇਹ ਬੜੀ ਸੋਚਣ ਦਾ ਵਿਸ਼ਾ ਹੈਗਾ। ਬਹੁਤ ਮੁੱਖ ਮੰਤਰੀ ਸਾਹਿਬ ਵਾਸਤੇ ਕੋਈ ਸੌਖਾ ਕੰਮ ਨਹੀਂ। ਕੰਡਿਆਂ ਦੀ ਸੇਜ ਹੈ ਕਿ ਉਹ ਇਹਨਾਂ ਨੂੰ ਕਿਵੇਂ, ਪਰ ਜਿਹੜੀਆਂ ਇਹ ਦੂਰੀਆਂ ਪੈ ਗਈਆਂ ਨੇ, ਅੱਗੇ ਚੋਣਾਂ ਆ ਰਹੀਆਂ ਨੇ, ਇਹਨਾਂ ਨੇ ਕਾਂਗਰਸ ਦਾ ਨੁਕਸਾਨ ਕਰ ਦੇਣਾ ਹੈ। ਔਰ ਫਿਰ ਜਿਵੇਂ ਕਹਿੰਦੇ ਆ ਕਿ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ, ਨਾ ਰਹੇਗਾ ਬਾਂਸ, ਨਾ ਰਹੇਗੀ ਬੰਸਰੀ, ਨਾ ਹੀ ਰਹਿਣਗੇ ਮੰਤਰੀ ਤੇ ਨਾ ਰਹੇਗਾ ਮੁੱਖ ਮੰਤਰੀ। ਉਸ ਵੇਲੇ ਫਿਰ ਜਿਹੜੇ ਅਫਸਰ ਹੈ ਉਹ ਤਾਂ ਰਹਿਣਗੇ, ਉਹਨਾਂ ਦੇ ਤਾਂ ਕਮਰੇ ਬਦਲਨੇ ਆ। ਇੱਧਰ ਤੋਂ ਹੋਇਆ ਦੂਜੇ ਪਾਸੇ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਅੱਤਵਾਦ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਹੈ ਉਹ ਜਿਵੇਂ ਬੇਲਗਾਮ ਹੋਈ ਹੈ, ਉਹਨੂੰ ਕਾਬੂ ਕਰਨ ਦਾ ਯਤਨ ਨਹੀਂ ਕੀਤਾ ਗਿਆ। ਉਲਟਾ ਅਫਸਰਾਂ ਤੇ ਬਹੁਤ ਸਾਰੇ ਸੀਨੀਅਰ ਪੋਲੀਟੀਸ਼ੀਅਨਾਂ ਦੇ ਆਪ
ਆਪਸ ਵਿੱਚ ਦੀ ਸੰਬੰਧ ਬਣ ਗਏ। ਉਹਨਾਂ ਨੇ ਜਾਇਦਾਦਾਂ ਤੇ ਕਬਜ਼ੇ ਕਰ ਲਏ, ਬਹੁਤ ਸਾਰੇ ਕਾਰੋਬਾਰਾਂ ਤੇ ਕਬਜ਼ੇ ਕਰ ਲਏ। ਤੁਸੀਂ ਮੈਨੂੰ ਐਂ ਤਾਂ ਦੱਸੋ, ਪੁਰਾਣੇ ਜ਼ਮਾਨੇ ਦੇ ਵਿੱਚ ਇਹ ਜਿਹੜੇ ਛੋਟੇ ਕਾਰੋਬਾਰ ਹੁੰਦੇ ਸੀ, ਭਾਵੇਂ ਉਹ ਬੱਸਾਂ ਦੇ ਰੂਟ ਸੀ ਜਾਂ ਡਿਪੂ ਸੀ, ਇਹ ਪੋਲੀਟੀਸ਼ੀਅਨ ਆਪਦੇ ਹੇਠਲੇ ਵਰਕਰਾਂ ਨੂੰ ਦਿਆ ਕਰਦੇ ਸੀ। ਹੁਣ ਇਹਨਾਂ ਦੇ ਉੱਤੇ ਸਾਰੀਆਂ ਇਜਾਰੇਦਾਰੀਆਂ, ਟਰਾਂਸਪੋਰਟ ਤੇ ਵੱਡੇ ਘਰਾਣਿਆਂ ਦੀ ਇਜਾਰੇਦਾਰੀ, ਕੇਬਲ ਤੇ ਵੱਡੇ ਘਰਾਣਿਆਂ ਦੀ ਇਜਾਰੇਦਾਰੀ, ਸ਼ਰਾਬ ਤੇ ਵੱਡੇ ਘਰਾਣਿਆਂ ਦੀ ਇਜਾਰੇਦਾਰੀ, ਤੇ ਬਾਕੀ ਜਿਹੜੇ ਵੱਡੇ ਕੰਮ ਨੇ ਸਾਰਿਆਂ ਤੇ ਜਿਹੜੀ ਆ ਵੱਡੇ ਘਰਾਂ ਦੀ ਇਜਾਰੇਦਾਰੀ ਹੋ ਗਈ। ਤੇ ਲੋਕ ਜਿਹੜੇ ਆ ਉਹ ਮਤਲਬ ਠੂਠੇ ਫੜ ਕੇ ਇਹਨਾਂ ਵੱਲ ਵੇਖਦੇ ਨੇ। ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਚੋਣਾਂ ਦੇ ਵੇਲੇ ਛੋਟੇ ਛੋਟੇ ਲਾਲਚਾਂ ਦੇ ਵਿੱਚ ਆ ਕੇ ਤੁਸੀਂ ਜਦੋਂ ਇਹਨਾਂ ਦੇ ਪਿੱਛੇ ਲੱਗਦੇ ਹੋ, ਉਦੋਂ ਥੋੜਾ ਜਿਹਾ ਲਾਲਚ ਲੈ ਲੈਂਦੇ ਹੋ ਤੇ ਫਿਰ 5 ਸਾਲ ਇਹਨਾਂ ਦੀ ਕੁੱਟ ਖਾਈ ਜਾਂਦੇ ਹੋ। ਜੀ, ਸਾਡੇ ਨਾਲ ਇੱਥੇ ਕਾਲਰ ਜੁੜ ਗਏ ਨੇ। ਸਵਾਗਤ ਹੈ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ 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 ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਸਾਡੇ ਤੱਕ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ USA ਤੋਂ ਬੋਲ ਜੀ ਜੀ, ਛੋਟੇ ਵੀ ਥੋੜਾ ਜਿਹਾ ਹੌਸਲੇ ਨਾਲ ਬੋਲ, ਇੰਨਾ ਖਪਾ ਕਰਨਾ ਕਿਹੜਾ ਕੋਈ ਸੁਣ ਡਿਆ। ਜੀ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਾਡੇ ਤੱਕ। ਇਹ ਤੇ ਅੰਨੇ ਗਾੜੀ ਬੀਣ ਵਜਾਉਣ ਵਾਲੀ ਗੱਲ ਹੈ ਜੀ। ਤੁਸੀਂ ਵੇਖੋ, ਇੰਨਾ ਕੁਝ 20-30 ਹਾਲਾਂ 'ਚ ਵੇਖ ਲਿਆ ਆਪਾਂ। ਇੱਕ ਵੀ ਕੰਮ ਦੱਸੋ ਜਿਹੜਾ ਕੋਈ ਚਾਹੀਦਾ ਕੀਤਾ ਹੋਵੇ। ਬਾਦਲ ਨੇ ਕਿਹਾ ਹੈਗਾ 97 'ਚ ਵੀ, ਬਾਦਲ ਸਾਹਿਬ ਨੇ ਵੀ ਮੈਂ ਲੋਕਾਂ ਨੂੰ ਲਾਰਾ ਲਾਇਆ ਵੀ ਜਿਹੜਾ ਇਹ ਕੁੱਟਿਆ ਲੁੱਟਿਆ ਮਾਰਿਆ ਗਿਆ ਵਾ, ਇਹਦਾ ਆਪਾਂ ਚੋਣ ਮੈਨੀਫੈਸਟੋ 'ਚ ਬਣਾਇਆ, ਲਿਖਿਆ ਵੀ ਅਸੀਂ ਕਮਿਸ਼ਨ ਬਣਾਵਾਂਗੇ ਜੀ। ਕਿੱਥੇ ਆ ਕਮਿਸ਼ਨ? ਉਹ ਕੈਪਟਨ ਸਾਹਿਬ ਨੇ ਹੁਣ ਤਾਜੀ ਅਜੇ ਸਹੁੰ ਸਾਂ ਖਾਧੀ, ਕਿੱਥੇ ਆ ਉਹ ਗੱਲਾਂ? ਲੋਕ ਵੀ ਬੜੇ ਖੁਸ਼ ਆ ਤੇ ਉਹ ਵੀ ਬੜੇ ਖੁਸ਼ ਆ ਜੀ। ਲੋਕ ਪਬਲਿਕ ਜਿਹੜੀ ਆ ਭੱਜ ਭੱਜ ਕੇ ਵੋਟਾਂ ਪਾਉਂਦੀ, ਇਹਨਾਂ ਨੂੰ ਲੜਾਈ ਝਗੜੇ ਹੁੰਦੇ, ਇੱਕ ਦੂਜੇ ਨੂੰ ਮਾਰ ਕਟਾਈ ਕਰਦੇ, ਕਤਲੋ ਗਾਰਤ ਹੁੰਦੇ ਆ। ਕੋਈ ਮੁੱਦਾ ਹੀ ਨਹੀਂ ਹੈਗਾ। ਮੇਨ ਤੇ ਗੱਲ ਹੈਗੀ ਆ ਵੀ ਲੋਕਾਂ ਨੂੰ ਜਿੰਦਾ ਕਿੱਦਾਂ ਰੱਖਣਾ। ਜੀ ਸ਼ੁਕਰੀਆ। ਸਾਡੇ ਕੋਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਜਾਂਦੇ ਅਸੀਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅੱਜ ਸ਼ਾਇਦ ਅਪੀਲ ਲੱਗੀ ਹੋਈ, ਢਿੱਲੋਂ ਸਾਹਿਬ ਉਹਦੇ ਬਾਰੇ ਦੱਸ ਦਿਓ। ਅਪੀਲ ਨਹੀਂ ਲੱਗੀ ਹੋਈ ਜੀ। ਉਹਨਾਂ ਨੇ ਜਿਹੜੀ ਐਂਟੀਸਪੇਟਰੀ ਬੇਲ ਅਗਾਊਂ ਜ਼ਮਾਨਤ ਲਾਈ ਸੀ, ਉਹਦੇ ਫੈਸਲਾ ਅੱਜ ਉਹਦੇ ਤੇ ਫੈਸਲਾ ਹੋਣਾ ਹੈਗਾ। ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਹੈ, ਇਹ ਆਪਾਂ ਕਈ ਵਾਰੀ ਗੱਲ ਕਰਤੀ ਹੈ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਅਸੀਂ ਕਮਿਸ਼ਨ ਬਣਾਵਾਂਗੇ 1997 ਤੋਂ ਪਹਿਲਾਂ ਚੋਣ ਮਨੋਰਥ ਪੱਤਰ ਦੇ ਵਿੱਚ। ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਤਾਂ ਬੁਢਲਾਡੇ ਦੇ ਜਿਹੜੇ ਕਾਮਰੇਡ ਵਿਧਾਇਕ ਸੀਗੇ ਹਰਦੇਵ ਅਰਸ਼ੀ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਸਵਾਲ ਚੁੱਕਿਆ ਤੇ ਹੱਸ ਕੇ ਬਾਦਲ ਸਾਹਿਬ ਨੇ ਜਵਾਬ ਦਿੱਤਾ, ਉਹ ਕਾਕਾ ਛੱਡੋ, ਕਿਉਂ ਤੁਸੀਂ ਪੁਰਾਣੀਆਂ ਗੱਲਾਂ ਦੇ ਵਿੱਚ ਪੈ ਗਏ ਹੋ, ਗੱਡੇ ਮੁਰਦੇ ਉਠਾੜ ਦਿੰਦੇ ਹੋ। ਭਾਵ ਜਦੋਂ ਅਸੀਂ ਸੱਤਾ ਪ੍ਰਾਪਤ ਕਰਨੀ ਹੈ ਤਾਂ ਗੱਲ ਹੋਰ ਹੁੰਦੀ ਹੈ, ਜਦੋਂ ਸੱਤਾ 'ਚ ਆ ਗਏ। ਮੈਂ ਬਹੁਤ ਵਾਰੀ ਕਿਹਾ ਹੈ ਕਿ ਦੋਸਤੋ, ਇਹ 6 ਤੇ 9 ਪਾਇਆ ਵਾ, ਇਹਨਾਂ ਨੇ ਉਹ 9 ਦਿੰਦਾ, ਜਨਤਾ ਨੂੰ 6 ਦਿੰਦਾ। ਇਹ ਟੇਬਲ ਦੇ ਇੱਧਰ ਬੈਠੇ, ਇਹਨਾਂ ਨੂੰ 9 ਦਿੰਦਾ, ਜਨਤਾ ਪਰਲੇ ਪਾਸੇ ਬੈਠੀ, ਉਹਨਾਂ ਨੂੰ 6 ਦਿੰਦਾ। ਕਾਫੀ ਹੱਦ ਤੱਕ ਢਿੱਲੋਂ ਸਾਹਿਬ ਲੋਕ ਸਮਝ ਵੀ ਚੁੱਕੇ ਨੇ ਵੀ ਬਿਲਕੁਲ ਗੱਲ ਜਿਹੜਾ 6 ਤੇ 9 ਦਾ ਅੰਤਰ ਹੈ, ਜਦੋਂ ਤੱਕ ਉਹ ਨਹੀਂ ਮਿਟੇਗਾ ਉਦੋਂ ਤੱਕ ਇਹ ਲੋਕ ਇਸੇ ਤਰ੍ਹਾਂ ਫਿਰਦੇ ਰਹਿਣਗੇ। ਸੁਮੇਧ ਸੈਣੀ ਵਾਲੇ ਮਾਮਲੇ ਦੇ ਵਿੱਚ ਢੀਂਡਸਾ ਸਾਹਿਬ, ਰਵੀ ਇੰਦਰ, ਸੇਖਵਾਂ ਸਾਹਿਬ, ਹੋਰ ਆਗੂਆਂ ਨੇ, ਬ੍ਰਹਮਪੁਰਾ ਸਾਹਿਬ, ਇਹਨਾਂ ਨੇ ਬੜਾ ਵੱਡਾ ਦੱਸਿਆ, ਕਈ ਮਾਧਿਅਮਾਂ ਦੇ ਉੱਤੇ ਪ੍ਰਚਾਰ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਕਿੱਥੋਂ ਸੁਮੇਧ ਸੈਣੀ ਦੇ ਨਾਲ ਜਿਹੜਾ ਮੋਹ ਮੁਹੱਬਤ ਤੁਰੀ। ਇਹਨਾਂ ਨੇ ਉਹਨੂੰ ਡੀਜੀਪੀ ਵੀ ਲਾਇਆ। ਕਿਸੇ ਵੇਲੇ ਉਹਨਾਂ ਤੇ ਨੌਜਵਾਨਾਂ ਦੇ ਕਤਲੇਆਮ ਦਾ ਜਿਹੜਾ ਦੋਸ਼ ਆ ਉਹ ਅਜੇ ਤੱਕ ਧੋਤਾ ਨਹੀਂ ਗਿਆ, ਲੇਕਿਨ ਲੋਕਾਂ ਨੂੰ ਮੂਰਖ ਬਣਾਇਆ ਗਿਆ। ਸੋ ਇਸ ਕਰਕੇ ਅੱਜ ਕੋਰਟ ਕੀ ਫੈਸਲਾ ਦਿੰਦੀ ਹੈ ਉਹਦੇ ਤੇ ਨਿਰਭਰ ਕਰਦਾ ਸੈਣੀ ਸਾਹਿਬ ਦਾ ਭਵਿੱਖ। ਜੀ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ। ਸੋ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਜਾਜ਼ਤ ਦਿਓ। ਧੰਨਵਾਦ, ਬਹੁਤ ਮਿਹਰਬਾਨੀ ਜੀ।